ਵਾਹਿਗੁਰੂ ਜੀ। ਜਿਹੜਾ ਸਹਿਜ ਦਾ ਰੰਗ ਹੈ ਇਹ ਤੁਹਾਨੂੰ ਉਹਨਾਂ ਛਣਾਂ 'ਚ ਮਿਲਣਾ ਜਦੋਂ ਜਾਪ ਤੋਂ ਬਾਅਦ ਦਾ ਜਿਹੜਾ ਇੱਕ ਹੁੰਦਾ ਉਹ ਤੁਸੀਂ ਉਦੋਂ ਤੁਸੀਂ ਸਹੀ ਢੰਗ ਨਾਲ ਮਹਿਸੂਸ ਕਰ ਸਕਦੇ ਜਦੋਂ ਕੋਈ ਜਾਪ ਕਰੋ। ਨਹੀਂ ਤੇ ਪਤਾ ਉਹ ਸਾਡਾ ਅਸੀਂ ਹੱਸਦੇ ਹੁੰਦੇ ਨਾ ਕਿ ਉਹ ਸਾਡਾ ਇੱਕ ਮਿੱਤਰ ਹੀ ਤੇ ਉਹਨੇ ਸਾਨੂੰ ਆ ਕੇ ਕਹਿਣਾ ਕਿ ਖਾਲਸਾ ਜੀ ਪਤਾ ਨਹੀਂ ਮੇਰਾ ਡੈਡੀ ਜਿਹੜਾ ਉਹ ਕਿਹੜਾ ਜਾਪ ਕਰਦਾ ਆ ਹੈ ਨਾ ਕਿ ਉਹ ਰਹਿਰਾ ਸਾਹਿਬ ਅਜੇ ਕੀਤੀ ਨਹੀਂ ਉੱਧਰੋਂ ਸਮਾਪਤੀ ਨਹੀਂ ਤੇ ਉੱਥੇ ਸਾਰੀ ਗਾਲਾਂ ਹੀ ਕੱਢਦਾ ਸਾਡੇ ਵੱਲ ਨੂੰ ਆ ਜਾਂਦਾ ਵੀ ਉਹਦੇ 'ਚ ਤੇ ਨਾ ਸ਼ਾਂਤੀ ਆਉਂਦੀ ਨਾ ਸਹਿਜ ਆਉਂਦਾ। ਤੁਸੀਂ ਕਹਿੰਦੇ ਬਾਣੀ ਪੜ੍ਹ ਕੇ ਆਨੰਦ ਆਉਂਦਾ ਸਹਿਜ। ਗਲਤੀ ਕਿੱਥੇ ਕਰਦਾ ਹੈ ਉਹ ਕਿ ਉਹ ਜਦੋਂ ਵੀ ਜਾਪ ਕਰਦਾ ਸਿਮਰਨ ਕਰਦਾ ਉਸ ਤੋਂ ਬਾਅਦ ਪਹਿਲਾਂ ਉਹ ਰੀਝ ਨਾ ਕਰਨਾ ਹੈ। ਤੁਸੀਂ ਧਿਆਨ ਨਾਲ ਕਰੋਗੇ ਨਾ ਆਪ ਕੋ ਗੁਰੂ ਮਹਾਰਾਜ ਦਾ ਤੁਸੀਂ ਜਾਪ ਕੀਤਾ ਤੇ ਉਸ ਜਾਪ 'ਚ ਇੰਨੇ ਕੁ ਰੰਗ ਨੇ ਇੰਨੀ ਕੁ ਮਹਿਮਾ ਹੈ ਜੇ ਤੁਸੀਂ ਮਾਣਦੇ ਜਾਓ ਨਾ ਪੂਰੀ ਰੀਝ ਨਾਲ ਹੈ ਨਾ। ਤੁਸੀਂ ਉਹ ਸਤਿਗੁਰੂ ਦੇ ਪਹਿਲੀ ਗੱਲ ਤੇ ਇੱਕ ਜਦੋਂ ਜਿਹੜਾ ਜਾਪ ਤਾਂ ਅਸੀਂ ਕਰਦੇ ਹਾਂ ਉਹਦੇ ਅਰਥ ਵੀ ਪੜ੍ਹਿਆ ਕਰੋ ਜਦੋਂ ਕਿਤੇ ਟਾਈਮ ਮਿਲੇ। ਹੋਰ ਬੁੱਕਸ ਪੜ੍ਹਨ ਨਾਲੋਂ ਚੰਗਾ ਇਹ ਕਿ ਤੁਸੀਂ ਗੁਰੂ ਮਹਾਰਾਜ ਦੀ ਬਾਣੀ ਦੇ ਜੇ ਚੌਪਈ ਸਾਹਿਬ ਕਰਦੇ ਚੌਪਈ ਸਾਹਿਬ ਦੇ ਅਰਥ ਪੜ੍ਹੋ। ਅੱਛਾ ਚੌਪਈ ਸਾਹਿਬ ਨੂੰ ਚੌਪਈ ਸਾਹਿਬ ਹੀ ਕਿਉਂ ਕਹਿੰਦੇ ਆ? ਕਿਹਨੂੰ ਪਤਾ ਹੈ ਕਿ ਚੌਪਈ ਸਾਹਿਬ ਨੂੰ ਚੌਪਈ ਕਿਉਂ ਕਹਿੰਦੇ? ਹਾਂਜੀ ਉਹ ਰੱਖਿਆ ਕਰਦਾ ਨਹੀਂ ਚੌਪਈ ਕਿਉਂ ਕਹਿੰਦੇ? ਹਾਂਜੀ ਬੋਲੋ। ਜਿੱਦਾਂ ਉਹਦੀਆਂ 4 ਲਾਈਨਾਂ ਹੁੰਦੀਆਂ ਹਾਂ 4 ਪਦਿਆਂ ਦੀ ਹੁੰਦੀ। 4 ਪਦੇ ਮੀਨਸ 4 ਲਾਈਨਸ ਦਾ ਇੱਕ ਜਿਹੜਾ ਉਹ ਪਦਾ ਹੁੰਦਾ ਉਹਨੂੰ ਚੌਪਈ ਕਿਹਾ ਜਾਂਦਾ। ਠੀਕ ਹੈ ਤੇ ਜੇ ਤੁਸੀਂ ਉਹਨੂੰ ਮਾਣੋਗੇ ਬਾਅਦ ਦੇ ਵਿੱਚ ਅਸੀਂ ਕਦੀ ਬਾਣੀ ਸੁਣਦੇ ਹੋਈਏ ਨਾ ਤੇ ਸਾਡੇ ਕੋਲ ਈਜ਼ੀ ਨਹੀਂ ਹੁੰਦਾ ਬਾਅਦ ਦੇ ਵਿੱਚ ਇੱਕਦਮ ਜਿੱਦਾਂ ਅੱਖਾਂ ਖੋਲ੍ਹਣਾ ਹੈ ਨਾ। ਅਸੀਂ ਇੱਧਰ ਦਾ ਕਰੀ ਜਾਵਾਂਗੇ ਇੱਧਰ ਦਾ ਕਰਕੇ ਇੱਕ ਜਿੱਦਾਂ ਸਾਨੂੰ ਵਾਪਸ ਆਉਣਾ ਔਖਾ ਹੁੰਦਾ। ਪਰ ਜੇ ਤੁਸੀਂ ਆਨੰਦ ਮਾਣੋਗੇ ਤੇ ਤੁਹਾਨੂੰ ਹਰ ਜਾਪ ਤੋਂ ਬਾਅਦ ਹਰ ਸਿਮਰਨ ਤੋਂ ਬਾਅਦ ਥੋੜਾ ਜਿਹਾ ਸਮਾਧੀ ਦਾ ਰੰਗ ਜਿਹੜਾ ਉਹ ਜ਼ਰੂਰ ਮਿਲੇਗਾ। ਤੇ ਜਦੋਂ ਕਿਤੇ ਮਹਾਰਾਜ ਦਇਆ ਕਰਕੇ ਤੁਹਾਡੇ ਤੇ ਕਿਰਪਾ ਕਰਕੇ ਪਤਾ ਨਹੀਂ ਇਸੇ ਚੋਂ ਹੀ ਕਿਸੇ ਦਿਨ ਨਾ ਸਮਾਧੀ ਬਾਰੇ ਕਿਹਨੂੰ ਪਤਾ ਕਿ ਬਸ ਚੌਂਕੜਾ ਲਾ ਕੇ ਮਹਾਰਾਜ ਦੇ ਪ੍ਰੇਮ 'ਚ ਬਹਿ ਜਾਣਾ ਹੈ ਨਾ। ਕਿੰਨੇ ਘੰਟੇ ਕਿੰਨੇ ਦਿਨ ਕਿੰਨੇ ਮਹੀਨੇ ਵੀ ਹੋ ਸਕਦੇ, ਸਾਲ ਵੀ ਹੋ ਸਕਦੇ। ਪਰ ਇਹ ਘਟਦਾ ਏਦਾਂ ਨਹੀਂ ਹੈ। ਇਹ ਘਟਨਾ ਇਦਾਂ ਹੀ ਹੈ ਕਿ ਤੁਸੀਂ ਜਾਪ ਕਰਕੇ ਪੂਰੀ ਰੀਝ ਨਾਲ ਜਾਪ ਕਰੋ ਫਿਰ ਉਸ ਤੋਂ ਬਾਅਦ 1-2 ਮਿੰਟ ਚੁੱਪ ਕਰਕੇ ਬਹਿ ਜਾਓ ਬਸ ਸ਼ਾਂਤ। ਗੁਰੂ ਮਹਾਰਾਜ ਦੇ ਪ੍ਰੇਮ ਨੂੰ ਉਹ ਜਿਹੜਾ ਪ੍ਰੇਮ ਬਣਿਆ ਉਹਨੂੰ ਇੱਥੇ ਰੱਖ ਕੇ ਅੰਦਰ ਚੁੱਪ ਕਰਕੇ ਬਹਿ ਜਾਓ। ਉੱਥੇ ਆਪ ਜੀ ਨੂੰ ਸਮਾਧੀ ਦਾ ਥੋੜਾ ਜਿਹਾ ਰੰਗ ਮਿਲਣਾ ਹੈ ਹਨਾ। ਤੇ ਬੜੇ ਗੁਰਸਿੱਖਾਂ ਨਾਲ ਇਦਾਂ ਹੁੰਦਾ ਹੈ ਕਿ ਕਈ ਵਾਰਾਂ ਉਸ ਪੁਆਇੰਟ ਤੋਂ ਜਿਹੜਾ ਹੈ ਉਹ ਸਮਾਧੀ ਵੱਲ ਨੂੰ ਚਲੇ ਜਾਂਦੇ ਫਿਰ ਉਹ ਕਿੰਨੇ ਘੰਟੇ ਉੱਠੇ ਹੀ ਨਹੀਂ, ਉਹਨਾਂ ਨੂੰ ਖੁਦ ਨਹੀਂ ਪਤਾ ਕਿੱਥੇ ਗਏ। ਸਾਡੇ ਇੱਕ ਗੁਰਸਿੱਖ ਹੁੰਦੇ ਸੀ ਉਹ ਜਿੱਦਾਂ ਇਦਾਂ ਹੀ ਬਹਿ ਜਾਂਦੇ ਕਿੰਨੇ ਘੰਟੇ ਉਹਨਾਂ ਨੇ ਲਗਾਤਾਰ ਹੀ ਬੈਠੇ ਰਹਿਣਾ ਤੇ ਜਦੋਂ ਉੱਠਣਾ ਉਹਨਾਂ ਨੇ ਤੇ ਉਹਨਾਂ ਨੂੰ ਇਦਾਂ ਫੀਲ ਹੁੰਦਾ ਕਿ ਪਤਾ ਹੀ ਨਹੀਂ ਕਿੰਨਾ ਸਮਾਂ ਲੰਘਿਆ ਕਿ ਨਹੀਂ ਲੰਘਿਆ ਤੇ ਬਹੁਤ ਆਨੰਦ 'ਚ ਸਾਰੀ ਰਾਤ ਬੈਠੇ ਰਹਿੰਦੇ ਹੁੰਦੇ। ਤੇ ਜੇ ਪੁੱਤ ਕਿੱਡਾ ਸੋਹਣਾ ਹੈ ਨਾ ਕਿ ਐਵਰੀ ਜਾਪ ਤੋਂ ਬਾਅਦ ਤੁਹਾਡੇ ਕੋਲ ਮੌਕਾ ਹੁੰਦਾ ਤੁਸੀਂ ਜਾ ਸਕਦੇ ਆ, ਪੋਸੀਬਿਲਿਟੀ ਹੈਗੀ। ਜਾਏਗਾ ਉਹ ਜਿੱਥੇ ਸਤਿਗੁਰੂ ਕਿਰਪਾ ਕਰਨਗੇ। ਪਰ ਕੋਸ਼ਿਸ਼ ਕਰਨ 'ਚ ਕੀ ਹੈ ਕੀ ਪਤਾ ਕਿਹਦੇ ਨਸੀਬ ਹੋਵੇ। ਇਸ ਕਰਕੇ ਕਦੀ ਵੀ ਨਹੀਂ। ਤੇ ਜਦੋਂ ਤੁਸੀਂ ਉਹਦਾ ਇੱਕ ਵਾਰ ਆਨੰਦ ਮਾਣ ਲਿਆ ਜਾਂ ਤੁਸੀਂ ਸਮਾਧੀ ਦਾ ਆਨੰਦ ਮਾਣ ਲਿਆ ਤੇ ਤੁਸੀਂ ਹੈਰਾਨ ਹੋਵੋਗੇ ਹਰ ਜਾਪ ਤੋਂ ਬਾਅਦ ਹਰ ਸਿਮਰਨ ਤੋਂ ਬਾਅਦ ਤੁਸੀਂ ਉਹ ਜਿਹੜੀ ਆਨੰਦ ਦੀ ਜਾਂ ਉਹ ਸੁਣ ਦੀ ਅਵਸਥਾ ਹੈ ਉੱਥੋਂ ਵਾਪਸ ਆਉਣਾ ਬਹੁਤ ਔਖਾ ਹੁੰਦਾ ਹੈ ਨਾ। ਉਹ ਚੀਜ਼ ਹੀ ਨਹੀਂ ਕਰਦਾ ਬਾਹਰ ਨੂੰ ਆਉਣ ਨੂੰ, ਬੋਲਣ ਨੂੰ, ਗੱਲ ਕਰਨ ਨੂੰ ਹੈ ਨਾ। ਉਸ ਆਨੰਦ 'ਚ ਰਹਿਣ ਨੂੰ ਜੀ ਕਰਦਾ। ਤੇ ਫਿਰ ਤੁਸੀਂ ਵੀ ਸਾਡੇ ਨੂੰ ਇੱਦਾਂ ਕਰਦੇ ਰਹੋਗੇ ਇੱਦਾਂ ਕਰਕੇ ਕਦੀ ਇੱਦਾਂ ਕਰਕੇ ਕਦੀ ਇੱਦਾਂ ਕਰਕੇ ਵਾਪਸ। ਪਰ ਚਲੋ ਸੇਵਾ ਵੀ ਜ਼ਰੂਰੀ ਹੈ, ਮਹਾਰਾਜ ਨੇ ਲਾਈ ਉਹ ਵੀ ਕਰਨੀ ਹੈ। ਇਸ ਕਰਕੇ ਪੁੱਤ ਆਪਣੇ ਮੌਕੇ ਜਿਹੜੇ ਹੁੰਦੇ ਨਾ ਉਹ ਗਵਾਇਆ ਨਾ ਕਰੋ।
ਮਨੁੱਖ ਜਿਹੜਾ ਹੈ ਨਾ ਅੱਜ ਕੱਲ੍ਹ ਜਿਹੜਾ ਸਾਡਾ ਲਾਈਫ ਸਟਾਈਲ ਚੱਲ ਰਿਹਾ, ਲਾਈਫ ਸਟਾਈਲ ਦੇ ਵਿੱਚ ਅਸੀਂ ਇੱਦਾਂ ਦੇ ਹੁੰਦੇ ਜਾ ਰਹੇ ਹਾਂ ਕਿ ਜਿੰਨੀ ਦੇਰ ਤੱਕ ਸਾਨੂੰ ਪੀੜਾ ਨਹੀਂ ਨਾ ਕੋਈ ਆਉਂਦੀ, ਕੋਈ ਦਰਦ ਨਹੀਂ ਆਉਂਦਾ, ਅਸੀਂ ਐਕਟਿਵ ਹੀ ਨਹੀਂ ਹੋ ਰਹੇ। ਅਸੀਂ ਵੇਖੋ ਜਿੰਨੀ ਦੇਰ ਤੱਕ ਡਾਕਟਰ ਨਾ ਕਹਿ ਦੇ ਕਿ ਜੇ ਤੂੰ ਹੁਣ ਐਕਸਰਸਾਈਜ਼ ਨਾ ਕੀਤੀ ਤੇਰੀਆਂ ਲੱਕ ਜਾਂਦਾ ਰਹਿਣਾ, ਤੇਰੀਆਂ ਲੱਤਾਂ ਨਹੀਂ ਬਚਣੀਆਂ, ਹੁਣ ਐਕਸਰਸਾਈਜ਼ ਕਰਨੀ ਪੈਣੀ। ਤੇ ਫਿਰ ਡਾਕਟਰ ਜਿਹੜਾ ਅਸੀਂ ਆਪ ਐਕਸਰਸਾਈਜ਼ ਨਹੀਂ ਕਰ ਰਹੇ, ਸਾਡੇ ਕੋਲ ਫਿਜ਼ੀਓਥੈਰੇਪਿਸਟ ਐਕਸਰਸਾਈਜ਼ ਕਰਾ ਰਿਹਾ। ਤੁਸੀਂ ਪਹਿਲਾਂ ਐਕਸਰਸਾਈਜ਼ ਕਰ ਲਓ, ਤੁਹਾਨੂੰ ਫਿਜ਼ੀਓਥੈਰੇਪੀ ਵਾਲੇ ਦੀ ਜ਼ਰੂਰਤ ਨਹੀਂ ਪੈਂਦੀ। ਫਿਜ਼ੀਓਥੈਰੇਪੀ ਵਾਲਾ ਸਿਰਫ ਉਦੋਂ ਜ਼ਰੂਰਤ ਪੈਂਦੀ ਹੀ ਤੁਹਾਡਾ ਕੋਈ ਐਕਸੀਡੈਂਟ ਹੋ ਜਾਏ, ਤੁਹਾਡਾ ਕੋਈ ਬੋਨ ਬ੍ਰੇਕ ਹੋ ਜਾਏ, ਤੁਹਾਡਾ ਮਸਲ ਜਿਹੜੇ ਉਹ ਰੁਕ ਜਾਣ ਥੋੜੇ ਸਮੇਂ ਲਈ, ਤੇ ਫਿਰ ਉਹ ਵਾਪਸ ਉਹਨੂੰ ਚਾਲੂ ਕਰਨ ਲਈ ਤੁਹਾਡੀ ਹੈਲਪ ਕਰਦੇ, ਤੁਹਾਨੂੰ ਦੱਸਦੇ। ਅਸੀਂ ਡਾਕਟਰ ਕੋਲ ਜਾਣਦੇ, ਸਾਡਾ ਲੱਕ ਪੀੜ ਕਰਦਾ, ਉਹ ਕਹਿੰਦਾ ਫਿਜ਼ੀਓਥੈਰੇਪੀ। ਉਹ ਕਹਿੰਦੇ ਨੇ ਸਾਡੇ ਗੋਡੇ ਜਿਹੜੇ ਆਏ, ਉਹ ਕਹਿੰਦੇ ਫਿਜ਼ੀਓਥੈਰੇਪੀ ਕਰ ਲਓ। ਫਿਜ਼ੀਓਥੈਰੇਪੀ ਵਾਲੇ ਨੂੰ ਪੈਸੇ ਦੇ ਕੇ ਐਕਸਰਸਾਈਜ਼ ਕਰਵਾਉਂਦੇ। ਕਿੰਨੇ ਸੌਂਗੇ ਸੌਂਕੇ ਨਹੀਂ, ਜਾਪ ਨੇ ਸਾਨੂੰ ਜਗਾਉਣਾ ਹੈ ਜਾਗ ਕੇ। ਤੇ ਜੇ ਸਮਾਧੀ ਦਾ ਰੰਗ ਮੰਨਣਾ ਚਾਹੁੰਦੇ ਹੋ ਤੇ ਫਿਰ ਇਹ ਧਿਆਨ ਰੱਖੋ, ਜਿਵੇਂ ਹੁਣੇ ਚੌਪਈ ਸਾਹਿਬ ਕੀਤਾ ਤੇ ਉਸੇ ਵੇਲੇ ਵੀ ਅੱਖਾਂ ਖੋਲ ਕੇ ਇੱਧਰ ਉੱਧਰ ਦੇਖਣ ਲੱਗ ਪੈਣਾ, ਉਹਨੂੰ ਮੰਨਣਾ ਹੈ। ਤੇ ਇੱਕ ਬਾਣੀ ਦੇ ਪੁੱਤ ਅਰਥ ਪੜਿਆ ਕਰੋ। ਪਹਿਲਾ ਪੜਾਅ ਉੱਥੋਂ ਹੀ ਸ਼ੁਰੂ ਹੁੰਦਾ, ਤਾਂ ਹੀ ਜਿਹੜੀ ਤੁਹਾਡੀ ਸਮਝ ਏ ਉਹਨੇ ਅੱਗੇ ਤੁਰਨਾ ਹੈ। ਫਿਰ ਤੀਜੇ ਪੜਾਅ ਅਗਲੇ ਪਾਸੇ ਆਉਣੇ। ਬਾਣੀ ਗੁਰੂ ਪਿਤਾ ਦੀ ਬਾਣੀ ਕੋ ਬਹਿਣ ਦੇ, ਗੁਰਸਿੱਖ ਬਣ ਕੇ ਖੋਜ ਕਰਨ ਦੇ, ਖਾਲਸਾ ਰੰਗ ਨੂੰ ਧਾਰਨ ਕਰਨ ਦੇ ਸਿੱਧੇ ਸਿੱਧੇ ਪੜਾਅ ਨੇ। ਸਭ ਤੋਂ ਪਹਿਲਾਂ ਬਾਣੀ ਪੜ੍ਹਨਾ, ਫਿਰ ਬਾਣੀ ਦੇ ਅਰਥ ਪੜ੍ਹਨੇ। ਹੁਣ ਜੇ ਮੰਨ ਲਓ ਰਮਈਆ ਦੇ ਅਰਥ ਪਹਿਲਾਂ ਵੇਖੋ, ਸਾਰੇ ਸ਼ਬਦ ਲਿਖ ਲਓ, ਹਨਾ। ਰਮਈਆ ਦੇ ਅਰਥ ਕੀ ਨੇ ਉਹ ਪੜ੍ਹੋ। ਅੱਜ ਕੱਲ੍ਹ ਤੇ ਤੁਹਾਡੇ ਫੋਨ ਦੇ ਵਿੱਚ ਹੀ ਐਪਸ ਨੇ, ਉਹਦੇ ਤੇ ਅਰਥ ਦਿੱਤੇ। ਫਿਰ ਕੋਸ਼ਿਸ਼ ਕਰੋ ਪੰਜਾਬੀ ਸਿੱਖੋ, ਪੰਜਾਬੀ ਸਿੱਖ ਕੇ ਉਹਦੇ ਪੰਜਾਬੀ 'ਚ ਹੀ ਅਰਥ ਪੜ੍ਹੋ, ਕਿਉਂਕਿ ਇੰਗਲਿਸ਼ 'ਚ ਅਰਥ ਨਹੀਂ ਹੈਗੇ। ਇੰਗਲਿਸ਼ 'ਚ ਸੱਚਖੰਡ ਦਾ ਕੀ ਵਰਡ ਹੈ, ਸਾਨੂੰ ਦੱਸੂਗਾ ਕੋਈ ਜਣਾ? ਸੱਚਖੰਡ ਦਾ ਕੋਈ ਵਰਡ ਹੈਗਾ? ਹਾਂਜੀ, ਹੈਵਨ ਤੇ ਪੁੱਤ ਸਵਰਗ ਹੁੰਦਾ, ਸੱਚਖੰਡ ਨਹੀਂ ਹੁੰਦਾ। realm of truth, ਸੱਚਖੰਡ ਦਾ ਕੋਈ ਵਰਡ ਨਹੀਂ ਹੈਗਾ। ਮਨ ਦਾ ਕੋਈ ਵਰਡ ਨਹੀਂ ਹੈਗਾ। ਜੇ ਮਨ ਦਾ ਵਰਡ ਮਾਈਂਡ ਕਰ ਦਾਂਗੇ ਤੇ ਫਿਰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਦੇ ਅਰਥ ਨਹੀਂ ਮਾਈਂਡ 'ਚ ਹੋਣੇ, ਹੈਨਾ। ਸੱਚਖੰਡ ਦਾ ਅਰਥ ਹੈਵਨ ਕਰ ਦਾਂਗੇ ਤੇ ਫਿਰ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ। ਸੰਤਾਂ ਨੇ ਦੋਵੇਂ ਨਰਕ ਤੇ ਸਵਰਗ ਜਿਹੜੇ ਉਹ ਰੱਦ ਕਰਤੇ, ਕੈਂਸਲ ਕਰਦੇ, ਕਹਿੰਦੇ ਨਹੀਂ ਚਾਹੀਦੇ। ਤੇ ਫਿਰ ਉੱਥੇ ਸੱਚਖੰਡ ਜਿਹੜਾ ਹੈ ਉਹ ਰੱਦ ਹੋ ਜਾਂਦਾ, ਹੈਨਾ। ਨਰਕ ਸਵਰ ਇਹ ਇਸ ਕਰਕੇ ਤੁਹਾਨੂੰ ਪੰਜਾਬੀ ਸਿੱਖਣੀ ਪੈਣੀ। ਤੇ ਉਹਦੇ 'ਚ ਫਿਰ ਜਦੋਂ ਤੁਸੀਂ ਪੜ੍ਹੋਗੇ, ਅੱਛਾ ਜੇ ਮੰਨ ਲਓ ਇਹਦੇ ਅਰਥ ਪੜ੍ਹਨੇ ਹੋਣ, ਤੁਸੀਂ ਸਪੋਜ਼ ਕਰੋ ਰਮਈਆ ਦੇ ਅਰਥ ਪੜ੍ਹਨੇ ਹੋਣ, ਕਿੱਥੋਂ ਪੜ੍ਹੋਗੇ? ਹਾਂਜੀ, ਮਹਾਨ ਕੋਸ਼ ਤੋਂ। ਮਹਾਨ ਕੋਸ਼ ਕਿਹਨੂੰ ਪਤਾ ਹੈ? ਕਿੰਨੇ ਦੇਖਿਆ ਹੈ? ਸਾਡੇ ਘਰਾਂ ਦੇ ਵਿੱਚ ਪੁੱਤ ਜਿਹੜੀਆਂ ਸਿੱਖ ਰਿਸਰਚਸ ਹੋਈਆਂ ਨੇ ਨਾ ਵੱਡੇ ਲੈਵਲ ਤੇ, ਸਿੱਖਾਂ ਦਾ ਇੱਕੋ ਹੀ ਇੱਕ ਵੱਡਾ ਇਨਸਾਈਕਲੋਪੀਡੀਆ ਹੈ ਜਿਹਨੂੰ ਮਹਾਨ ਕੋਸ਼ ਕਹਿੰਦੇ। ਉਹਦੇ ਰਾਈਟਰ ਕੌਣ ਸੀ? ਹਾਂਜੀ, ਭਾਈ ਕਾਨ ਸਿੰਘ ਨਾਭਾ ਜੀ। ਉਹ ਜ਼ਰੂਰ ਆਪਣੇ ਘਰ 'ਚ ਰੱਖੋ, ਸਮਝੋ ਕਿ ਉਹ ਤੁਹਾਡੀ ਇੱਕ ਸਿੱਖੀ ਦੀ ਵਿਰਾਸਤ ਨੇ। ਆਪਣੇ ਘਰ 'ਚ ਸ਼ਸਤਰ ਰੱਖੋ, ਸ਼ਸਤਰਾਂ ਨਾਲ ਪ੍ਰੇਮ ਕਰਨਾ ਸਿੱਖੋ। ਆਪਣੇ ਘਰ 'ਚ ਪੋਥੀਆਂ ਇੱਦਾਂ ਦੀਆਂ ਰੱਖੋ ਜਿਨ੍ਹਾਂ ਨਾਲ ਪ੍ਰੇਮ ਕਰਨਾ ਸਿੱਖੋ। ਉਹ ਤੁਹਾਡੀ ਇੱਕ ਵਿਰਾਸਤ ਹੈ ਜਿਹੜੀ ਪੀੜ੍ਹੀ ਦਰ ਪੀੜ੍ਹੀ ਤੁਹਾਡੇ ਮਾਤਾ ਪਿਤਾ ਤੁਹਾਨੂੰ ਦੇਣ, ਤੁਸੀਂ ਜਿਹੜਾ ਅੱਗੇ ਆਪਣੇ ਬੱਚਿਆਂ ਨੂੰ ਦਿਓ, ਉਹ ਅੱਗੇ ਆਪਣੇ ਬੱਚਿਆਂ ਨੂੰ ਦੇਣ, ਤੇ ਉਹਨਾਂ ਦਾ ਯੂਜ਼ ਕਰਨਾ ਵੀ ਸਿੱਖੋ। ਫਿਰ ਟੀਕਾ ਆ ਜਾਂਦਾ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਆ ਜਾਂਦਾ, ਜਿਵੇਂ ਹੋਰ ਕਈ ਟੀਕਾਕਾਰਾਂ ਦੇ ਟੀਕੇ ਆ ਜਾਂਦੇ। ਟੀਕਾ ਪੜ੍ਹ ਲੈਣਾ, ਪਰ ਇੱਕ ਗੱਲ ਯਾਦ ਰੱਖਣੀ, ਜਦੋਂ ਕੋਈ ਟਰਾਂਸਲੇਟ ਕਰੇਗਾ, ਕੋਈ ਵੀ ਐਨੀ ਪਰਸਨ, ਉਹ ਵਿੱਚ ਜ਼ਰੂਰ ਹੋਏਗਾ। ਇਸ ਕਰਕੇ ਜੇ ਤੁਸੀਂ ਮੰਨ ਲਓ ਕਿ ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਤੋਂ ਪੜ੍ਹੋਗੇ, ਹਨਾ, ਤੇ ਪ੍ਰੋਫੈਸਰ ਸਾਹਿਬ ਸਿੰਘ ਜਿੱਥੇ ਮੀਟ ਖਾਣ ਵਾਲੀ ਗੱਲ ਆਏਗੀ ਉੱਥੇ ਉਹਨੇ ਕਹਿਣਾ ਖਾ ਲੈਣਾ ਚਾਹੀਦਾ, ਕਿਉਂਕਿ ਉਹ ਆਪ ਖਾਂਦੇ ਹੋਣਗੇ ਜਾਂ ਨਹੀਂ ਖਾਂਦੇ ਹੋਣਗੇ, ਚਲੋ ਉਹ ਅਲੱਗ ਗੱਲ ਹੈ।
ਪਰ ਉਹਨਾਂ ਨੇ ਇਹ ਕੀਤਾ। ਪਰ ਕਈ ਥਾਵਾਂ ਤੇ ਜਿੱਥੇ ਜਾ ਕੇ ਸ਼ਿਕਾਰ ਦੀ ਜਾਂ ਹੱਤਿਆ ਦੀ ਬਾਤ ਆਉਂਦੀ ਹੈ ਉੱਥੇ ਉਹ ਕਹਿੰਦੇ ਨਹੀਂ ਕਰਨਾ ਚਾਹੀਦਾ। ਉਹ ਆਪਣੀ ਐਕਸਪਲੇਨੇਸ਼ਨ ਨੂੰ, ਬਾਕੀ ਬਹੁਤ ਸੋਹਣਾ ਹੈ ਨਾ, 98% ਬਹੁਤ ਸੋਹਣਾ ਟੀਕਾ ਹੈ, ਪਰ ਕਿਤੇ ਨਾ ਕਿਤੇ ਉਹ ਵਿੱਚ ਸ਼ਾਮਲ ਹੁੰਦੇ। ਇਸ ਕਰਕੇ ਯਾਦ ਰੱਖਣਾ ਕਿ ਟਰਾਂਸਲੇਟਰ ਤੁਹਾਡਾ ਗੁਰੂ ਨਹੀਂ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋ ਤੇ ਕਲਗੀਆਂ ਵਾਲੇ ਮਹਾਰਾਜ ਦੇ ਸਿੱਖ ਬਣ ਕੇ ਚਲੋ ਸਾਰੇ ਜਾਣੇ ਪਿਤਾ ਜੀ ਨੂੰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਰਮਈਆ ਦੇ ਅਰਥ ਕੀਤੇ ਸੀ। ਰਮਈਆ ਦੇ ਅਰਥ ਜਪ ਕੀ ਕੀਤੇ ਉਧਰ? ਰਮਈਆ ਨਹੀਂ, ਜਪ ਨੂੰ ਪੁੱਛਣ ਦੇ ਚਪਲੀਨ ਹੀ ਹੈ ਨਾ ਤੇਰਾ। ਹਾਂਜੀ ਦੱਸੀਏ ਦੇ ਕੀ ਅਰਥ ਸੀ? ਰਮਿਆ ਹੋਇਆ। ਅੱਛਾ, ਰਮੇ ਹੋਏ ਦੇ ਦਰਸ਼ਨ ਕਰਨੇ ਹੋਣ, ਹੈ ਨਾ। ਹੁਣ ਪੜ੍ਹ ਲਿਆ, ਸਭ ਤੋਂ ਪਹਿਲਾਂ ਪੜ੍ਹਨਾ, ਫਿਰ ਅਰਥ ਸਮਝਣੇ, ਫਿਰ ਤੀਜਾ ਪੜਾਅ ਦਰਸ਼ਨਾਂ 'ਚ ਉਤਰਨਾ, ਜਿਹੜਾ ਸਾਡੇ ਸਿੱਖ ਜਗਤ 'ਚੋਂ ਆਲਮੋਸਟ ਮਿਸਿੰਗ ਹੈ ਨਾ। ਸਭ ਤੋਂ ਪਹਿਲਾਂ ਰਮਈਆ। ਹੁਣ ਰਮਈਆ ਦਾ ਪਤਾ ਨਹੀਂ ਕੀ ਹੈ, ਫਿਰ ਅਰਥ ਪੜ੍ਹਨੇ। ਰਮਈਏ ਦਾ ਮਤਲਬ ਹੈ, ਸ਼ਾਬਦਿਕ ਅਰਥ ਪੜ੍ਹ ਲਏ, ਰਮਿਆ ਹੋਇਆ, ਹੈ ਨਾ। ਹੁਣ ਰਮਿਆ ਹੋਇਆ ਤੇ ਪੜ੍ਹ ਲਿਆ ਤੇ ਕੀ ਖੇਡ ਮੁੱਕ ਗਈ? ਅਜੇ ਸਿਰਫ ਮੈਂ ਸਮਝਿਆ ਏ, ਸੁਣਿਆ ਏ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਅਜੇ ਮੈਂ ਸੁਣਿਆ ਏ, ਪਰ ਜਿੱਦਾਂ ਦਾ ਸੁਣਿਆ ਏ ਉਦਾਂ ਦਾ ਵੇਖਣਾ ਵੀ ਤੇ ਹੈਗਾ ਨਾ। ਫਿਰ ਦਰਸ਼ਨ 'ਚ ਉਤਰਨਾ। ਹੁਣ ਰਮਈਆ ਦੇ ਦਰਸ਼ਨਾਂ 'ਚ ਉਤਰਨਾ ਹੋਵੇ ਕਿ ਰਮਈਆ ਕਿੱਦਾਂ ਏ, ਜਿਹੜਾ ਰਮਿਆ ਹੋਇਆ ਸਾਹਿਬ ਏ ਉਹ ਕਿੱਦਾਂ ਏ, ਤੇ ਫਿਰ ਕਿੱਦਾਂ ਕਰਾਂਗੇ? ਫਿਰ ਥੋੜੇ ਜਿਹੇ ਈਜ਼ੀ ਜੇ ਤੁਹਾਨੂੰ ਦੱਸ ਦਿੰਨੇ। ਫੁੱਲ ਕੋ ਬਹਿ ਜਾਓ, ਧਿਆਨ ਨਾਲ ਦੇਖੋ ਉਹਦੇ ਵਿੱਚ ਰੰਗ ਕੌਣ ਭਰ ਜਾਂਦਾ ਹੈ। ਧਿਆਨ ਨਾਲ ਜਿਹੜਾ ਏ ਉਹ ਮੋਰ ਨੂੰ ਦੇਖੋ, ਉਹਦੀਆਂ ਪੰਖੜੀਆਂ 'ਚ ਕਿੰਨੇ ਰੰਗ ਭਰੇ। ਪ੍ਰਸ਼ਾਦਾ ਛਕਦੇ ਹੋ, ਧਿਆਨ ਨਾਲ ਦੇਖੋ ਮੇਰੇ ਅੰਦਰ ਪ੍ਰਸ਼ਾਦੇ ਤੋਂ ਖੂਨ ਕੌਣ ਬਣਾ ਜਾਂਦਾ ਹੈ ਨਾ, ਮੈਨੂੰ એનર્ਜੀ ਕੌਣ ਦੇ ਜਾਂਦਾ। ਇਹ ਤੱਤਾਂ ਦਾ, ਸੈੱਲਾਂ ਦਾ, ਇਹ ਨਿਊਟ੍ਰੀਸ਼ਨਸ ਦਾ ਇੰਨਾ ਸੋਹਣਾ ਖੇਡ, ਇੰਨਾ ਪ੍ਰੋਪਰ, ਇੰਨਾ ਪਰਫੈਕਟ, ਇੰਨਾ ਸੋਹਣਾ ਕਿੰਨੇ ਰਚਿਆ? ਕਿੱਥੋਂ ਰੰਗ ਲਿਆਉਂਦਾ ਹੋਏਗਾ? ਕਿੱਦਾਂ ਇੱਕੋ ਮਿੱਟੀ ਚੋਂ ਜਿਹੜਾ ਹੈ ਉਹ ਸਾਰੇ ਰੰਗ ਲੈ ਆਉਂਦਾ? ਕਿੱਦਾਂ ਇੱਕੋ ਫੂਡ ਚੋਂ ਮੇਰੇ ਦੰਦਾਂ ਨੂੰ ਵੀ ਸਟਰੈਂਥ ਦੇਈ ਜਾਂਦਾ? ਕਿੱਦਾਂ ਪਤਾ ਲੱਗਦਾ ਪ੍ਰੋਟੀਨ ਨੂੰ ਵੀ ਮੈਂ ਬੋਨਸ ਨੂੰ ਜਾਣਾ, ਮੈਂ ਇੱਧਰ ਨੂੰ ਜਾਣਾ, ਮੈਂ ਇੱਧਰ ਨੂੰ ਜਾਣਾ? ਕੀ ਮੈਪ ਤਿਆਰ ਕੀਤੇ ਨੇ ਉਹਨੇ ਉਹਨਾਂ ਦੇ ਅੰਦਰ। ਸੈੱਲ ਦੇ ਅੰਦਰ ਕਿੰਨੀ ਕਿੰਨੀ ਮੈਮਰੀ ਹੈ, ਜਦੋਂ ਤੁਸੀਂ ਮੈਡੀਕਲ ਪੜ੍ਹੋਗੇ ਤੁਹਾਨੂੰ ਸਮਝ ਆਈ। ਤੇ ਫਿਰ ਜਦੋਂ ਤੁਸੀਂ ਇਦਾਂ ਉਹਨੂੰ ਦਰਸ਼ਨ ਕਰਦੇ ਆ, ਫਿਰ ਉਹ ਤੋਂ ਬਲਹਾਰੇ ਜਾਣ ਨੂੰ ਜੀ ਕਰਦਾ। ਫਿਰ ਜੀ ਕਰਦਾ ਨਹੀਂ, ਤੂੰ ਸੱਚੀ ਵਾਹਿਗੁਰੂ ਹੈ, ਤੇਰੇ ਤੋਂ ਵਾਹੋ ਕੋਈ ਨਹੀਂ ਵੱਧ ਹੋ ਸਕਦਾ, ਤੂੰ ਮੇਰਾ ਪਿਆਰਾ ਵਾਹਿਗੁਰੂ ਹੈ। ਉਹ ਦਰਸ਼ਨ ਦੀ ਮਹਿਮਾ ਹੈ। ਦਰਸ਼ਨ ਤੋਂ ਸਿਫਤੋ ਸਲਾਹ ਮਿਲਦੀ ਏ, ਜਿੱਥੇ ਪਾਤਸ਼ਾਹਾਂ ਦੇ ਪਾਤਸ਼ਾਹ ਬਣੀਦਾ। ਇਹ ਚਾਰ ਪੂਰੇ ਪੜਾਅ ਨੇ ਗੁਰੂ ਪਿਤਾ ਦੇ ਨਾਲ ਜਾਣ ਦੇ। ਸਭ ਤੋਂ ਪਹਿਲਾਂ ਕਿਹੜਾ ਹੈ? ਬਾਣੀ ਪੜ੍ਹਨੀ। ਦੂਜਾ ਪੜਾਅ ਸਮਝਣੀ, ਵਿਚਾਰ ਕਰਨੀ, ਸ਼ਾਬਦਿਕ ਅਰਥ। ਤੀਜਾ ਪੜਾਅ ਦਰਸ਼ਨ। ਚੌਥਾ ਪੜਾਅ ਜਿਹੜਾ ਹੈ ਉਹ ਤੁਹਾਡੇ ਅੰਦਰ ਪ੍ਰਗਟ ਹੁੰਦਾ ਹੈ ਨਾ। ਤੁਸੀਂ ਤਿੰਨ ਕਰ ਲਏ, ਚੌਥਾ ਆਪਣੇ ਆਪ ਮਿਲਦਾ ਹੈ। ਇਹ ਕਰਕੇ ਚੌਥੇ ਪਦ ਨੂੰ ਬਹੁਤ ਉੱਚਾ ਮੰਨਦੇ ਨੇ ਸਾਧੂਆਂ ਦੀ ਤੇ ਗੁਰਸਿੱਖਾਂ ਦੀ ਦੁਨੀਆ ਦੇ ਵਿੱਚ। ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਖੇੜਾ ਹੀ ਖੇੜਾ ਹੈ ਨਾ। ਕਿਉਂਕਿ ਹੁਣ ਤੁਸੀਂ ਆਪਣੇ ਪਿਆਰੇ ਨੂੰ ਰਮਿਆ ਹੋਇਆ ਦੇਖਿਆ ਹੈ, ਤੁਸੀਂ ਖਿੜ ਗਏ ਬਸ। ਜਿਸ ਦਿਨ ਤੁਸੀਂ ਆ ਵੇਖਿਆ, ਤੁਸੀਂ ਬਾਣੀ ਪੜ੍ਹਦੇ ਆ, ਅੱਕਦਾ ਕੌਣ ਹੈ? ਕਈ ਵਾਰ ਅੱਕ ਜਾਂਦੇ ਨਾ, ਊਬ ਜਾਂਦੇ ਕਈ ਜਾਣੇ, ਕਹਿੰਦੇ ਹਾਏ ਹਾਏ ਕਰਨੀ ਪੈਣੀ, ਏਦਾਂ ਕਰਦੇ ਆ ਨਾ ਅੰਦਰੇ ਅੰਦਰ। ਕਿਉਂ ਕਰਦੇ ਆ? ਕਿਉਂਕਿ ਅਸੀਂ ਤਰੀਕਾ ਸਹੀ ਨਹੀਂ ਕਰ ਰਹੇ। ਅਸੀਂ ਸਿਰਫ ਬਾਣੀ ਵੇਖੋ, ਗੁਰੂ ਮਹਾਰਾਜ ਤੋਂ ਬਾਣੀ ਪੜ੍ਹ ਲੈਂਦੇ ਸਾਰੀ, ਫਿਰ ਇਹ ਬਾਅਦ ਚ ਅਰਦਾਸ ਕਰਦੇ। ਬਾਅਦ ਚ ਅਰਦਾਸ ਕਰਕੇ ਗੁਰੂ ਮਹਾਰਾਜ ਤੋਂ ਮੰਗਦੇ ਆ ਕੁਝ, ਮੰਗ ਕੇ ਉਹ ਮੰਗ ਚ ਸਾਰਾ ਸਾਡਾ ਜਿਹੜਾ ਕੇਂਦਰਿਤ ਹੁੰਨੇ ਮੰਗ ਦੇ ਉੱਤੇ। ਅਸੀਂ ਭੁੱਲ ਹੀ ਜਾਂਦੇ ਕਿ ਤੂੰ ਇੰਨੀ ਦੇਰ ਗੁਰੂ ਮਹਾਰਾਜ ਦੇ ਕੋਲ ਬੈਠਾ ਸੀ। ਉਹ ਇੱਕ ਬਖਸ਼ਿਸ਼, ਸਭ ਤੋਂ ਵੱਡੀ ਉਹ ਬਖਸ਼ਿਸ਼ ਹੈ ਜਿਹੜੀ ਤੂੰ ਬਾਅਦ ਚ ਮੰਗ ਰਿਹਾ ਹੈ। ਉਹ ਬਹੁਤ ਛੋਟੀ ਬਖਸ਼ਿਸ਼ ਹੋਏਗੀ ਕੋਈ,
ਜਿਹੜਾ ਤੂੰ ਬੈਠਾ ਹੈ ਗੁਰੂ ਕੋ, ਉਹ ਗੁਰੂ ਨੇ ਤੈਨੂੰ ਆਲਰੇਡੀ ਦਿੱਤੀ ਹੈ। ਉਹ ਤੇਰੇ ਕੋ ਸਭ ਤੋਂ ਵੱਡੀ ਬਖਸ਼ਿਸ਼ ਹੈ ਕਿ ਤੂੰ ਬੈਠਾ ਹੈ ਉਹ ਸਾਹਿਬ ਕੋ, ਤੂੰ ਉਹਨੂੰ ਯਾਦ ਕਰ ਰਿਹਾ ਹੈ। ਤੇ ਉਹਨੇ ਇਹੋ ਜੀ ਰਚਨਾ ਰਚੀ ਹੈ ਤੇਰੀ ਬੁੱਧ ਦੇ ਵਿੱਚ, ਤੇਰੇ ਆਸੇ-ਪਾਸੇ ਕਿਸੇ ਖੇਡ ਦੇ ਵਿੱਚ, ਕਿ ਤੂੰ ਉਹਨੂੰ ਵਾਹ ਕਹਿ ਪਾ ਰਿਹਾ ਹੈ, ਤੂੰ ਉਹਨੂੰ ਯਾਦ ਕਰਨ ਦਾ ਤੈਨੂੰ ਮੌਕਾ ਮਿਲਿਆ। ਜਿਹੜਾ ਤੂੰ ਉੱਥੇ ਬੈਠਾ ਹੈ, ਜਿੱਦਾਂ ਹੁਣ ਤੁਸੀਂ ਕਲਾਸ 'ਚ ਬੈਠੇ ਹੋ, ਗੁਰੂ ਮਹਾਰਾਜ ਦੀ ਮਹਿਮਾ ਨੂੰ ਖੇਡ ਰਹੇ ਹੋ, ਹਨਾ, ਇਹ ਬਖਸ਼ਿਸ਼ ਸਭ ਤੋਂ ਵੱਡੀ ਹੈ। ਇਸ ਕਰਕੇ ਪੁਰਾਤਨ ਗੁਰਸਿੱਖਾਂ ਤੋਂ ਪੁੱਛੀਏ ਤਾਂ ਉਹ ਕਹਿੰਦੇ ਸੀ ਸੰਗਤ ਸਭ ਤੋਂ ਉੱਚੀ ਹੁੰਦੀ ਹੈ। ਅਸੀਂ ਇਹਨੂੰ ਜਦੋਂ ਮਿਸ ਕਰਦੇ ਹਾਂ ਤੇ ਅਸੀਂ ਬਾਅਦ 'ਚ ਸੋਚਦੇ, ਅਸੀਂ ਸੰਸਾਰ ਵਾਲਾ ਫਾਰਮੂਲਾ ਲਾਉਣੇ ਕਿ ਪਹਿਲਾਂ ਇੰਨਾ ਵਰਕ ਕਰਨਾ ਹੈ ਫਿਰ ਆਊਟਪੁੱਟ ਨਿਕਲਦੀ ਹੈ। ਇੱਥੇ ਉਲਟਾ ਹੋਣਾ ਹੈ, ਇੱਥੇ ਵਰਕ ਵੱਡੀ ਬਖਸ਼ਿਸ਼ ਹੋਣਾ ਹੈ, ਆਊਟਪੁੱਟ ਜਿਹੜੀ ਉਹ ਵੀ ਵੱਡੀ ਹੋਏਗੀ, ਪਰ ਉਹ ਬਾਅਦ ਦੀ ਗੱਲ ਹੈ। ਜਿਹੜਾ ਹੁਣ ਪ੍ਰੈਜ਼ੈਂਟ 'ਚ ਉਹ ਬਖਸ਼ਿਸ਼ ਵੱਡੀ ਹੈ। ਤੁਸੀਂ ਪਿਆਰੇ ਨੂੰ ਵਾਹਿਗੁਰੂ ਕਹਿ ਕੇ ਬੁਲਾ ਰਹੇ, ਤੁਸੀਂ ਇਹ ਫੀਲ ਹੀ ਕਰ ਲਓ ਨਾ ਕਿ ਮੈਂ ਮਹਾਰਾਜ ਜੀ ਨੂੰ, ਏਡੇ ਵੱਡੇ ਸਾਹਿਬ ਨੂੰ ਬੁਲਾ ਪਾ ਰਿਹਾ, ਤੇ ਤੁਸੀਂ ਵੇਖਿਓ ਵਾਹਿਗੁਰੂ ਕਹਿਣਾ ਹੀ ਮਹਾਰੰਗ ਬਣ ਜਾਣਾ। ਸਾਨੂੰ ਯਾਦ ਹੈ ਕਿਸੇ ਗੁਰਸਿੱਖ ਨੇ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਕਰਦੇ ਹੁੰਦੇ ਸੀ। ਇਹ ਸ਼ਾਇਦ ਅੱਗੇ ਵੀ ਸਾਖੀ ਸੁਣਾਈ। ਪੰਜਾਬ ਦੇ ਵਿੱਚ ਨਾ ਗੁਰੂ ਮਹਾਰਾਜ ਦੀ ਮਹਿਮਾ ਦੱਸਦੇ ਬੜੀ ਸੋਹਣੀ। ਪੰਜਾਬ ਦੇ ਵਿੱਚ ਇੱਕ ਬਜ਼ੁਰਗ ਸਾਧੂ ਹੀ ਹੁਣ ਤੇ ਚੜ੍ਹਾਈ ਕਰ ਗਏ। ਅਸੀਂ ਉਹਨਾਂ ਨੂੰ ਪੁੱਛਿਆ, ਅਸੀਂ ਕਿਹਾ ਕਿ ਤੁਹਾਨੂੰ ਇਹ ਰੰਗ ਕਿਵੇਂ ਲੱਗਾ? ਸਾਡੇ ਨਾਲ ਬਹੁਤ ਪ੍ਰੇਮ ਸੀ ਉਹਨਾਂ ਦਾ। ਤੇ ਸਾਨੂੰ ਕਹਿੰਦੇ ਖਾਲਸਾ ਜੀ, ਮੈਂ ਨਾ ਉਦੋਂ ਟੀਚਰ ਸੀ, ਬਹੁਤ ਪੁਰਾਣੀ ਗੱਲ 1960-65 ਦੇ ਲਾਗੇ ਉਹ ਟੀਚਰ ਸੀ। ਕਹਿੰਦੇ ਮੈਂ ਟੀਚਿੰਗ ਕਰਦਾ ਸੀ ਤੇ ਕਹਿੰਦੇ ਉਹਨਾਂ ਦਿਨਾਂ 'ਚ ਸਰਕਾਰ ਨੇ ਨੌਕਰੀਆਂ ਦੇਣੀਆਂ ਬੰਦ ਕਰ ਦਿੱਤੀਆਂ ਵੀ ਨੌਕਰੀਆਂ ਨਹੀਂ ਅਜੇ ਖੁੱਲ੍ਹਣੀਆਂ। ਕਹਿੰਦੇ ਪਰ ਉਹਨਾਂ ਦਿਨਾਂ 'ਚ ਹੀ ਇੱਕ ਨੌਜਵਾਨ ਜਿਹੜਾ ਆ ਉਹਨੂੰ ਨੌਕਰੀ ਮਿਲ ਗਈ ਤੇ ਉਹ ਸਾਡੇ ਸਕੂਲ ਆ ਗਿਆ। ਕਹਿੰਦੇ ਮੈਂ ਉਹਨੂੰ ਪੁੱਛਿਆ ਕਿ ਤੈਨੂੰ ਨੌਕਰੀ ਕਿਵੇਂ ਮਿਲੀ? ਉਹ ਗਾੜੀਓਂ ਹੱਸ ਕੇ ਕਹਿੰਦਾ ਕਿ ਗੁਰੂ ਮਹਾਰਾਜ ਨੇ ਦਿੱਤੀ। ਕਹਿੰਦੇ ਮੈਂ ਹੋਰ ਥੋੜਾ ਕਿਊਰੀਅਸ ਹੋਇਆ ਜਾਣਨ ਵਾਸਤੇ। ਕਹਿੰਦੇ ਮੈਂ ਉਹਨੂੰ ਚਾਹ ਦੇ ਪਿਆਲੇ ਲਈ ਸੱਦਿਆ, ਬੈਠੇ ਤੇ ਮੈਂ ਉਹਨੂੰ ਪੁੱਛਿਆ ਵੀ ਇੱਦਾਂ ਵੀ ਨੌਕਰੀ ਮਿਲੀ ਕਿੱਦੀ, ਦੱਸ ਤੇ ਸਹੀ। ਕਹਿੰਦੇ ਉਹਨੇ ਮੈਨੂੰ ਦੱਸਿਆ ਕਿ ਮੈਂ ਬੜੀਆਂ ਨੌਕਰੀਆਂ ਵੇਖੀਆਂ, ਕਿਤੇ ਗੱਲ ਨਹੀਂ ਸੀ ਬਣਦੀ। ਮੈਂ ਬੜੀਆਂ ਐਪਲੀਕੇਸ਼ਨਾਂ ਪਾਈਆਂ, ਬੜੀਆਂ ਇੰਟਰਵਿਊਜ਼ ਦਿੱਤੀਆਂ, ਪਰ ਕਿਤੇ ਗੱਲ ਨਾ ਬਣੀ। ਕਹਿੰਦੇ ਮੈਂ ਨਾ ਹਾਰ ਕੇ ਸੋਚਿਆ ਵੀ ਖੌਰੇ ਮੇਰੇ ਕਰਮਾਂ 'ਚ ਹੋਵੇ ਹੀ ਨਾ, ਵੀ ਮੇਰੇ ਕਰਮਾਂ 'ਚ ਮਹਾਰਾਜ ਨੇ ਲਿਖੀ ਨਾ ਹੋਵੇ ਨੌਕਰੀ, ਮੈਂ ਖੇਤੀਬਾੜੀ ਕਿਰਤ ਕਰਨੀ ਹੋਵੇ, ਉਹ ਕਿਰਤ ਨਾ ਲਿਖੀ ਹੋਵੇ। ਕਹਿੰਦੇ ਮੈਂ ਉਹਨੂੰ ਕਿਰਤ ਨੂੰ ਜਾਣਨ ਲਈ ਨਾ ਮੈਂ ਮਹਾਰਾਜ ਅੱਗੇ, ਮੈਨੂੰ ਕਿਸੇ ਸਾਧੂ ਕੋ ਇੱਦਾਂ ਜਾਂਦਾ ਸੀ ਤਾਂ ਉਹਨੇ ਦੱਸਿਆ ਕਿ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਇੱਕ ਜਗ੍ਹਾ ਚੁਣਨੀ ਹੈ, ਇੱਕੋ ਜਗ੍ਹਾ ਤੇ ਸੇਮ ਜਗ੍ਹਾ, ਸਾਫ਼ ਸੁਥਰੀ ਜਗ੍ਹਾ ਜਿੱਥੇ ਵਿਛਾਉਣਾ ਕਰਨਾ ਹੈ, ਤੇ ਰੋਜ਼ ਉੱਥੇ ਸੇਮ ਟਾਈਮ ਤੇ ਬਹਿ ਕੇ ਸੁਖਮਨੀ ਸਾਹਿਬ ਦਾ ਜਾਪ ਕਰਨਾ। ਉਹ ਜਗ੍ਹਾ ਨਹੀਂ ਬਦਲਣੀ। ਅੱਛਾ, ਜਗ੍ਹਾ ਨਹੀਂ ਬਦਲਣੀ, ਕਦੀ ਇਹ ਧਿਆਨ ਰੱਖਿਓ, ਆਪਣੇ ਘਰ ਦੇ ਵਿੱਚ ਇੱਕ ਜਗ੍ਹਾ ਬਣਾਓ ਜਿੱਥੇ ਬਹਿ ਕੇ ਸਿਰਫ ਜਾਪ ਕਰੋ। ਜਦੋਂ ਅਸੀਂ ਮੰਜੇ ਤੇ ਕਰਦੇ ਆ ਨਾ ਬਹਿ ਕੇ, ਤੇ ਸਤਿਗੁਰੂ ਦੀ ਇੱਕ ਹੁਕਮ ਨੇ, ਹੈਨਾ, ਉਹ ਕਹਿੰਦੇ ਰੂਪੇ ਕਾਮੇ ਦੋਸਤੀ। ਜਿਹੜੇ ਬੰਦੇ ਨੇ ਕਾਮ ਵਾਸ਼ਨਾ ਤੋਂ ਮੁਕਤ ਹੋਣਾ ਹੈ, ਜਿਵੇਂ ਕੱਲ ਵੀ ਨੌਜਵਾਨਾਂ ਨਾਲ ਲੱਗੇ ਹਾਂ, ਤੇ ਰੂਪੇ ਕਾਮੇ ਦੋਸਤੀ, ਉਹ ਕਹਿੰਦੀ ਰੂਪ ਦੀ ਕਾਮ ਵਾਸ਼ਨਾ ਨਾਲ ਦੋਸਤੀ ਹੈ। ਹੈਨਾ, ਰੂਪ ਦੇਖਣਾ ਬੰਦ ਕਰ ਦਿਓ। ਤੁਸੀਂ ਉਹ ਦੋਸਤੀ ਤੋੜ ਦਿਓ, ਰੂਪ ਨੂੰ ਛੱਡ ਦਿਓ, ਕੰਮ ਛੁੱਟ ਜਾਣਾ। ਰੂਪੇ ਕਾਮੇ ਦੋਸਤੀ ਹੈ ਨਾ। ਸਤਿਗੁਰੂ ਕਹਿੰਦੇ ਉਂਗੇ ਸੌੜ ਪਲੰਗ, ਪਲੰਗ ਦੀ ਹੰਗਲਾਵਾਂ ਨਾਲ ਦੋਸਤੀ ਹੈ। ਹੰਗਲਾ ਸਮਝਦੇ ਹੋ ਨਾ, ਨੀਂਦ ਆਈ ਜਾਣੀ, ਸੁਸਤੀ ਪਈ ਜਾਣੀ, ਝਪਕੀਆਂ ਲੱਗੀ ਜਾਣੀਆਂ, ਹੈਨਾ। ਪੁਰਾਣੇ ਲੋਕ ਜਿਹੜੇ ਸੀ ਨਾ, ਪੰਜਾਬ ਦਾ ਇੱਕ ਰਹਿਣ ਸਹਿਣ ਦਾ ਤਰੀਕਾ ਇਦਾਂ ਸੀ, ਮੰਜੇ ਨਹੀਂ ਸੀ ਘਰਾਂ 'ਚ ਕਦੀ ਡੱਠੇ ਮਿਲਦੇ। ਇਹ ਸਾਨੂੰ ਬਿਮਾਰੀ ਪਈ ਹੈ ਕਿ ਮੰਜੇ ਪੱਕੇ ਹੀ ਬਿਮਾਰਾਂ ਵਾਸਤੇ ਲੱਗੇ। ਮੰਜੇ ਸਿਰਫ ਹਸਪਤਾਲਾਂ 'ਚ ਹੁੰਦੇ ਸੀ ਲੱਗੇ, ਕਿਤੇ ਬਿਮਾਰ ਨੇ ਆ ਕੇ ਲੰਮੇ ਪੈਣਾ। ਜਿਸ ਦੇਰ ਕਦੀ ਹੁੰਦੇ ਹੀ ਘਰਾਂ 'ਚ ਮੰਜੇ, ਕਦੀ ਮੰਜੇ ਸਿਰਫ ਇੱਕ ਬੈਠਕ ਦੇ ਵਿੱਚ ਇੱਕ ਜਿਹੜਾ ਤਖਤਪੋਸ਼ ਲੱਗਾ ਹੁੰਦਾ ਸੀ, ਨਹੀਂ ਤੇ ਕਦੀ ਘਰ ਦੇ ਵਿੱਚ ਮੰਜਾ ਡੱਠਾ ਤੁਹਾਨੂੰ ਇਦਾਂ ਬੈੱਡ ਨਹੀਂ ਸੀ ਮਿਲਦਾ। ਮੰਜੀਆਂ ਸੀ ਜਾਂ ਵਾਣ ਵਾਲੇ ਮੰਜੇ ਸੀ। ਉਹ ਕੀ ਕਰਨੇ, ਜਦੋਂ ਰਾਤ ਨੂੰ ਦਿਨੇ ਉੱਠਦਿਆਂ ਸਾਰ ਹੀ ਮੰਜੇ ਜਿਹੜੇ ਸੀ ਉਹ ਖੜੇ ਕਰਕੇ ਇੱਕ ਸਾਈਡ ਤੇ ਲਾ ਦੇਣੇ ਕੰਧ ਨਾਲ। ਸਾਰਾ ਦਿਨ ਬਾਅਦ ਚੋਂ ਮੰਜੇ ਥੱਲੇ ਨਹੀਂ ਹੋਣੇ। ਮੰਜੇ ਉਦੋਂ ਥੱਲੇ ਡਾਉਣੇ ਜਦੋਂ ਕੋਈ ਪ੍ਰਾਹੁਣਾ ਆ ਗਿਆ, ਜਾਂ ਜਦੋਂ ਉਹ ਤੋਂ ਕੁਰਸੀ ਦਾ ਕੰਮ ਲੈਣਾ ਬਹਿਣ ਲਈ।
ਨਹੀਂ ਤੇ ਸਾਰਾ ਦਿਨ ਮੰਜੇ ਖੜੇ ਰਹਿਣੇ। ਹੁਣ ਜਦੋਂ ਤੁਹਾਡੇ ਘਰ 'ਚ ਤੁਹਾਨੂੰ ਕੋਈ ਸਾਹਮਣੇ ਦੇਖ ਹੀ ਨਹੀਂ ਰਿਹਾ ਤੇ ਤੁਹਾਡੇ ਇੱਥੇ ਜਿਹੜਾ ਹੈ ਉਹ ਅਟਰੈਕਸ਼ਨ ਨੂੰ ਟ੍ਰਿਗਰ ਕੌਣ ਕਰੇਗਾ ਕਿ ਮੈਂ ਸੌਣਾ। ਹੁਣ ਤੇ ਮੰਜਾ ਸਾਹਮਣੇ, ਕੰਬਲ ਵੀ ਉੱਤੇ ਐ ਸਿੱਧਾ ਕਰਕੇ ਵਿਛਿਆ ਹੈ, ਬਸ ਮਾੜਾ ਜਿਹਾ ਖਿੱਚ ਕੇ ਹੀ ਉੱਤੇ ਲੈਣਾ ਤੇ ਚਲੋ ਜੀ ਆਓ ਗਏ। ਸਾਰੀ ਦਿਹਾੜੀ ਸੌਣ ਦਾ ਹੀ ਰਹਿੰਦਾ। ਸਤਿਗੁਰੂ ਕਹਿੰਦੇ ਆ ਇਸ ਕਰਕੇ ਮੰਜੇ ਤੇ ਬਹਿ ਕੇ ਜੇ ਤੁਸੀਂ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈ, ਪਰ ਜੇ ਤੁਹਾਨੂੰ ਨੀਂਦ ਜ਼ਿਆਦਾ ਆਉਂਦੀ ਏ ਤੇ ਕੋਸ਼ਿਸ਼ ਕਰੋ। ਵੇਖੋ ਤੁਸੀਂ ਜਦੋਂ ਆ ਸਾਇੰਸ ਇਹਦੀ ਪੜ੍ਹੋਗੇ ਨਾ, ਸਲੀਪਿੰਗ ਪੈਟਰਨ ਪੜ੍ਹੋਗੇ ਕਿ ਸੌਣੇ ਨੀਂਦ ਨੂੰ ਸਹੀ ਕਿੱਦਾਂ ਕਰਨਾ, ਜਿੱਦਣ ਤੁਸੀਂ ਡਾਕਟਰ ਕੋਲ ਜਾ ਕੇ ਪੁੱਛੋਗੇ ਕਿ ਮੇਰੀ ਨੀਂਦ ਬਹੁਤ ਡਿਸਟਰਬ ਹੈ, ਨੀਂਦ ਸਹੀ ਕਰਨੀ ਹੈ, ਤੇ ਤੁਸੀਂ ਵੇਖਿਓ ਉਹਨੇ ਤੁਹਾਨੂੰ ਇੱਕ ਗੱਲ ਕਹਿਣੀ ਹੈ ਕਿ ਆਪਣੇ ਬੈੱਡ ਤੇ ਲੈਪਟਾਪ ਲੈ ਕੇ ਨਾ ਬਿਆ ਕਰ। ਆਪਣੇ ਬੈੱਡ ਤੇ ਕੋਈ ਕੰਮ ਨਹੀਂ ਕਰਨਾ, ਉੱਥੇ ਸਿਰਫ ਸੌਣ ਜਾਣਾ ਹੈ। ਜਦੋਂ ਤੂੰ ਉੱਥੋਂ ਜਾਵੇਂ ਤੇਰੇ ਜਿੰਨੇ ਬੋਡੀ ਦੇ ਸੈੱਲ ਨੇ, ਤੇਰੀ ਜਿੰਨੀ ਸਾਈਕੋਲੋਜੀ ਹੈ, ਉਹ ਸਿਰਫ ਇਹ ਸਮਝੇ ਕਿ ਹਾਂ ਇੱਥੇ ਸੌਣ ਆਇਆ ਬਸ, ਤੇ ਤੇਰੀ ਨੀਂਦ ਸਹੀ ਹੋ ਜਾਏਗੀ। ਜਿਹਨੂੰ ਸਟ੍ਰੈਸ ਡਿਪਰੈਸ਼ਨ 'ਚ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਡਾਕਟਰ ਇਹ ਜ਼ਰੂਰ ਕਹਿੰਦੇ। ਇਹਦਾ ਮਤਲਬ ਇਹ ਅਸਰ ਕਰਦੀ ਹੈ। ਅਲੱਗ ਜਗ੍ਹਾ ਬਣਾਉਣੀ ਤੇ ਉੱਥੇ ਉਹ ਕਹਿੰਦੇ ਕਿ ਉਹ ਅਲੱਗ ਜਗ੍ਹਾ ਤੇ ਰੋਜ਼ ਜਾਪ ਕਰਦੇ, ਤੇ ਕਹਿੰਦੇ ਜਦੋਂ 40 ਦਿਨ ਉਹਨਾਂ ਨੇ ਜਾਪ ਰੱਖ ਲਿਆ, ਜਦੋਂ ਰੱਖ ਲਿਆ ਤੇ ਫਿਰ ਉਹਨਾਂ ਨੇ ਅਰਦਾਸ ਕੀਤੀ ਮਹਾਰਾਜ ਅੱਗੇ। ਉਹਨਾਂ ਅਰਦਾਸ ਕੀਤੀ ਕਿ ਮਹਾਰਾਜ ਵੀ ਮੈਨੂੰ ਨਹੀਂ ਪਤਾ ਤੁਹਾਡਾ ਕੀ ਹੁਕਮ ਹੈ, ਪਰ ਮੈਂ ਕਿਰਤ ਕਰਾਂ ਜਾਂ ਖੇਤੀ ਕਰਾਂ, ਮੈਂ ਬੜੀਆਂ ਨੌਕਰੀਆਂ ਵੇਖੀਆਂ, ਮੈਂ ਪੜ੍ਹਿਆ ਲਿਖਿਆ ਵੀ ਹਾਂ, ਤੇ ਮੈਂ ਬਸ ਹੁਣ ਆਖਰੀ ਵਾਰਾਂ ਇੱਕ ਵਾਰ ਜਦੋਂ ਨੌਕਰੀਆਂ ਨਿਕਲੀਆਂ ਮੈਂ ਇੱਕ ਵਾਰ ਐਪਲੀਕੇਸ਼ਨ ਇੱਕ ਵਾਰ ਅਪਲਾਈ ਕਰਨਾ ਹੈ, ਬਸ ਇੱਕੋ ਵਾਰ ਐਪਲੀਕੇਸ਼ਨ ਦੇਣੀ ਹੈ। ਜੇ ਮੇਰੀ ਨੌਕਰੀ ਨਿਕਲ ਆਈ ਤੇ ਮੈਂ ਸੋਚਾਂਗਾ ਤੁਹਾਡਾ ਹੁਕਮ ਹੈ ਮੈਂ ਟੀਚਿੰਗ ਕਰਾਂ, ਜੇ ਨਹੀਂ ਨਿਕਲੀ ਤੇ ਫਿਰ ਮੈਂ ਸਮਝਾਂਗਾ ਤੁਹਾਡਾ ਹੁਕਮ ਹੈ ਮੈਂ ਖੇਤੀ ਕਰਾਂ। ਅੱਛਾ, ਮੰਗ ਨਹੀਂ ਹੈਗੀ ਇਹਦੇ 'ਚ। ਦੇਖੋ ਮੰਗ ਹੈਗੀ ਕੋਈ ਇਹਦੇ 'ਚ? ਹੁਕਮ ਨੂੰ ਪਹਿਚਾਨਣ ਦੀ ਖੇਡ ਹੈ ਬਸ। ਇਹ ਨਹੀਂ ਕਹਿ ਰਹੇ ਕਿ ਮੈਂ 40 ਦਿਨ ਕਰਾਂਗਾ, ਮੈਨੂੰ ਨੌਕਰੀ ਦੇ ਹੀ ਦੇ। ਕਿੱਡੀ ਸੋਹਣੀ ਅਰਦਾਸ ਹੈ। ਤੇ ਉਸ ਦਿਨ ਕੀ ਹੋਇਆ, ਕਹਿੰਦੇ ਉਸ ਦਿਨ ਜਿਸ ਦਿਨ ਮੇਰੇ 40 ਦਿਨ ਪੂਰੇ ਹੋਏ, ਮੈਂ ਮਾਤਾ ਜੀ ਨੂੰ ਦਿਨੇ ਜਦੋਂ ਬੰਬੀ ਨੂੰ ਮੋਟਰ ਨੂੰ ਜਾਣ ਲੱਗਾ ਖੇਤਾਂ ਨੂੰ, ਤੇ ਮੈਂ ਮਾਤਾ ਜੀ ਨੂੰ ਕਿਹਾ ਕਿ ਮੇਰੇ ਸਾਰੇ ਸਰਟੀਫਿਕੇਟ ਕੱਢ ਕੇ ਨਾ ਉਹ ਲਿਫਾਫਾ ਤੇ ਮੈਨੂੰ ਦਿਓ, ਮੈਂ ਇਹਨਾਂ ਨੂੰ ਤਰਤੀਬ ਵਾਈਜ਼ ਲਾ ਲਾਂ, ਠੀਕ ਠਾਕ ਕਰ ਲਾਂ। ਜਦੋਂ ਵੀ ਹੁਣ ਨੌਕਰੀ ਨਿਕਲੀ ਮੈਂ ਇੱਕੋ ਵਾਰ ਐਪਲੀਕੇਸ਼ਨ ਦੇਣੀ, ਇੱਕੋ ਵਾਰ ਇੰਟਰਵਿਊ ਦੇਣੀ, ਜੇ ਮਿਲ ਗਈ ਠੀਕ ਹੈ, ਨਹੀਂ ਤੇ ਮੈਂ ਖੇਤੀਬਾੜੀ ਕਰਨੀ, ਮਹਾਰਾਜ ਦਾ ਇਹੋ ਹੀ ਹੁਕਮ। ਕਹਿੰਦੇ ਮੈਂ ਸ਼ਾਮ ਨੂੰ ਬੰਬੀ ਤੋਂ ਖੇਤਾਂ ਤੋਂ ਆਇਆ, ਮਾਤਾ ਜੀ ਨੇ ਉਹ ਬੈਗ ਮੇਰੇ ਹੱਥ 'ਚ ਫੜਾਇਆ ਤੇ ਕਹਿੰਦੇ ਇੱਕ ਚਿੱਠੀ ਵੀ ਤੇਰੀ ਆਈ ਸੀ, ਉਹ ਵੀ ਮੈਂ ਵਿੱਚੇ ਪਾਤੀ। ਕਹਿੰਦੇ ਜਦੋਂ ਮੈਂ ਚਿੱਠੀ ਖੋਲੀ ਤੇ ਉਹ 'ਚੋਂ ਨੌਕਰੀ ਨਿਕਲੀ। ਅਪਲਾਈ ਕਰਨ ਦੀ ਨਹੀਂ, ਪੁਰਾਣੀਆਂ ਜਿਹੜੀਆਂ ਚਿੱਠੀਆਂ ਅਪਲਾਈ ਹੋਈਆਂ ਉਹਦੇ 'ਚੋਂ ਹੀ ਉਹਨਾਂ ਨੇ ਨੌਕਰੀ ਦੇ ਦਿੱਤੀ। ਉਸ ਟਾਈਮ ਤੇ ਜਦੋਂ ਨੌਕਰੀਆਂ ਬੰਦ ਸੀ, ਤੇ ਉਹ ਜਿਹੜੇ ਸਾਧੂ ਸੀ ਉਹਨੂੰ ਕਹਿਣ ਲੱਗੇ, ਕਹਿੰਦੇ ਮੇਰੀ ਬੜੇ ਦਿਲ ਨੂੰ ਲੱਗੀ ਗੱਲ। ਕਹਿੰਦੇ ਮੈਂ ਕੀ ਕੀਤਾ? ਕਹਿੰਦੇ ਮੈਂ ਵੀ ਆ ਕੇ ਤੇ ਮੈਂ ਸ਼ੁਰੂ ਕਰਤਾ ਘਰ। ਕਹਿੰਦੇ ਚਲੋ ਮੈਂ ਅਲੱਗ ਜਗ੍ਹਾ ਨਾ ਬਣਾਈ, ਮੈਂ ਕੇਸੀ ਇਸ਼ਨਾਨ ਕਰਨਾ, ਮੈਂ 2:30 ਵਜੇ ਆਪਣੇ ਬੈੱਡ ਤੇ ਹੀ ਬਹਿ ਜਾਣਾ। ਕਰਦਿਆਂ ਕਹਿੰਦੇ ਜਦੋਂ ਮੈਂ ਕਰਦਾ ਗਿਆ ਤੇ ਮੇਰੀ ਇੱਕੋ ਹੀ ਮਨਸ਼ਾ ਸੀ ਕਿ ਮਹਾਰਾਜ ਮੈਂ ਤੈਨੂੰ ਦਰਸ਼ਨ ਕਰਨੇ, ਮੈਂ ਤੈਨੂੰ ਮਿਲਣਾ, ਤੇ ਜੇ ਉਹਨੂੰ ਨੌਕਰੀ ਦੇ ਸਕਦਾ ਤੇ ਮੈਨੂੰ ਨਹੀਂ ਮਿਲ ਸਕਦਾ। ਤੇ ਕਹਿੰਦੇ ਜਦੋਂ ਮੈਂ ਉਹ ਕੀਤਾ ਤੇ ਅਜੇ ਕਹਿੰਦੇ ਕੁਝ 20-25 ਦਿਨ ਹੋਏ ਹੋਣਗੇ, ਤੇ ਕਹਿੰਦੇ ਮੈਂ ਦੇਖਦਾ ਕੀ ਹੈ, ਕਹਿੰਦੇ ਮੈਨੂੰ ਨਹੀਂ ਪਤਾ ਮੈਂ ਸੁੱਤਾ ਕਿ ਮੈਂ ਕੀ ਹੋਇਆ ਮੇਰੇ ਨਾਲ। ਕਹਿੰਦੇ ਮੈਂ ਇਦਾਂ ਬੈਠਾ ਹਾਂ ਤੇ ਕਹਿੰਦੇ ਮੈਂ ਆਪਣੇ ਆਪ ਨੂੰ ਹੀ ਵੇਖ ਰਿਹਾ, ਮੈਨੂੰ ਦਿਖ ਰਿਹਾ ਹੈ ਸਾਹਮਣੇ ਕਿ ਮੈਂ ਬੈੱਡ ਤੇ ਬੈਠਾ ਆ ਤੇ ਮੇਰੇ ਹੱਥ 'ਚ ਗੁਟਕਾ ਸਾਹਿਬ। ਕਹਿੰਦੇ ਮੈਨੂੰ ਨਹੀਂ ਪਤਾ ਇਹ ਸੁਪਨੇ 'ਚ ਹੋਇਆ ਕਿ ਕੀ ਹੋਇਆ। ਕਹਿੰਦੇ ਮੈਂ ਆਪਣੇ ਆਪ ਨੂੰ ਦੇਖ ਰਿਹਾ ਹੈ ਕਿ ਵੀ ਮੈਂ ਬੈਠਾ ਹਾਂ ਬੈੱਡ ਤੇ, ਉਸੇ ਸੇਮ ਬੈੱਡ ਤੇ ਜਿੱਥੇ ਮੈਂ ਬਹਿਣਾ ਸੀ, ਤੇ ਕਹਿੰਦੇ ਮੈਨੂੰ ਮੇਰਾ ਆਪਣਾ ਸਾਰਾ ਦਿਖਣ ਡਿਆ ਜਿੱਦਾਂ ਕੋਈ ਦੂਜਾ ਵੇਖਣ ਵਾਲਾ ਹੋਵੇ। ਤੇ ਕਹਿੰਦੇ ਹੋਇਆ ਕਿ ਇੰਨੀ ਦੇਰ ਨੂੰ 2 ਲਾਈਟ ਦੇ ਜਿੱਦਾਂ ਕਹਿ ਲਓ ਕਿ ਆਕਾਰ ਜਿਹੜੇ ਸੀ ਮਨੁੱਖ ਦੇ ਉਹ ਆਏ। ਉਹਨਾਂ ਨੇ ਮੈਨੂੰ ਕਿਹਾ ਕੁਝ ਨਹੀਂ, ਪਰ ਵੀ ਜਿੱਦਾਂ ਮੈਂ ਉਹਨਾਂ ਦੇ ਮਗਰ ਤੁਰ ਪਿਆ। ਕਹਿੰਦੇ ਮੈਂ ਤੁਰਿਆ ਜਾਂਦਾ ਹੈ, ਕਹਿੰਦੇ ਅੱਗੇ ਜਾ ਕੇ ਤੇ ਬੜੇ ਵੱਡੇ ਮਹਿਲ ਆਏ, ਮੈਂ ਉਹਨਾਂ 'ਚ ਅੰਦਰ ਐਂਟਰ ਹੋਇਆ। ਉੱਥੇ ਕਹਿੰਦੇ ਰੂਮ ਸੀ ਤੇ ਕਹਿੰਦੇ ਕੁਝ ਗੁਰਸਿੱਖ ਜਿੱਦਾਂ ਬੰਦਗੀ ਕਰ ਰਹੇ ਸੀ, ਤੇ ਕਹਿੰਦੇ ਉਹ ਰੂਮ 'ਚੋਂ ਅੰਦਰੋਂ ਬਾਹਰ ਏਦਾਂ ਦਾੜੇ ਨੂੰ ਹੱਥ ਫੇਰਦੇ ਹੋਏ, ਤੇ ਕਹਿੰਦੇ ਸਾਡੇ ਹੀ ਬਜ਼ੁਰਗ ਜਾਪ ਬਹੁਤ ਬੰਦਗੀ ਕਰਦੇ, ਉਹ ਬਾਹਰ ਆਏ। ਕਹਿੰਦੇ ਮੈਂ ਉਹਨਾਂ ਨੂੰ ਸੀਸ ਝੁਕਾ ਕੇ ਫਤਿਹ ਬੁਲਾਈ, ਤੇ ਕਹਿੰਦੇ ਆ ਗਿਆ। ਤੇ ਕਹਿੰਦੇ ਮੈਂ ਕਿਹਾ ਹਾਂਜੀ ਇਹ ਸੱਦਾ ਇਹ ਲੈ ਕੇ ਆਏ ਹਨ।
ਤੇ ਕਹਿੰਦੇ ਚਲੋ ਨਾਮ ਜਪਿਆ ਕਰ ਤਗੜਾ ਹੋ। ਤੇ ਕਹਿੰਦੇ ਇੰਨੀ ਦੇਰ ਨੂੰ ਲਾਗੇ ਇੱਕ ਦਰਵਾਜ਼ਾ ਬੰਦ ਸੀ, ਇੱਕ ਕਮਰਾ ਸੀ, ਉਹਦਾ ਦਰਵਾਜ਼ਾ ਬੰਦ ਸੀ। ਤੇ ਕਹਿੰਦੇ ਮੈਂ ਉਦੋਂ ਹੀ ਪੁੱਛਿਆ ਕਿ ਪਿਤਾ ਜੀ ਇਹ ਕਿਉਂ ਬੰਦ ਹੈ, ਇੱਥੇ ਕੋਈ ਬਾਕੀ ਸਾਰੇ ਖੁੱਲੇ, ਇਹ ਬੰਦ ਹੈ? ਕਹਿੰਦੇ ਯਾਰ ਉਹ ਆਪਣੇ ਪਿੰਡਾਂ ਲਾਗੇ ਇੱਕ ਉਹ ਸਾਧੂ ਏ, ਉਹਨੇ ਆਉਣਾ ਹੈ, ਉਹਦੇ ਵਾਸਤੇ ਰੱਖਿਆ। ਤੇ ਕਹਿੰਦੇ ਮੈਂ ਉਹਨਾਂ ਨੇ ਦੱਸਿਆ ਵੀ ਗੱਲਬਾਤ ਵੀ ਇੰਨੀ ਤਰੀਕ ਨੂੰ ਉਹਨੇ ਆਉਣਾ ਹੈ ਨਾ, ਵੀ ਇੰਨੇ ਦਿਨਾਂ ਬਾਅਦ ਉਹਨੇ ਆਉਣਾ ਹੈ, ਤੇ ਉਹਦੇ ਵਾਸਤੇ ਰੱਖਿਆ ਹੈ। ਕਹਿੰਦੇ ਮੈਂ ਇੰਨੀ ਗੱਲ ਕਰਕੇ ਅੱਗੇ ਚਲਿਆ ਗਿਆ। ਕਹਿੰਦੇ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਇੱਕ ਬੈਂਚ ਤੇ ਬਿਠਾਤਾ ਤੇ ਮੇਰੇ ਹੱਥ 'ਚ ਇੱਕ ਪੋਥੀ ਸਾਹਿਬ ਦੇ ਦਿੱਤੀ। ਕਹਿੰਦੇ ਮੈਂ ਪੋਥੀ ਸਾਹਿਬ ਫਰੋਲੀ ਜਾਂਦਾ, ਉਹ ਖਾਲੀ ਏ, ਕਿਤੇ ਇੱਕ ਲੱਗ ਲਿਖੀ ਏ, ਕਿਤੇ ਇੱਕ ਸ਼ਬਦ ਲਿਖਿਆ ਏ ਛੋਟਾ ਜਿਹਾ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੀ ਬਾਣੀ ਏ ਜਿਹੜੀ ਵਿੱਚੋਂ ਪ੍ਰਿੰਟ ਨਹੀਂ ਹੋਈ। ਕਹਿੰਦੇ ਫਿਰ ਵਿਚਕਾਰ ਜੇ ਜਦੋਂ ਮੈਂ ਉਹ ਪੋਥੀ ਸਾਹਿਬ ਨੂੰ ਫੋਲਿਆ ਤੇ ਵਿਚਕਾਰ ਜੇ ਆ ਕੇ ਤੇ ਕਿੰਨੀਆਂ ਪੰਕਤੀਆਂ ਇਕੱਠੀਆਂ ਲਿਖੀਆਂ ਆਈਆਂ, ਤੇ ਜਦੋਂ ਮੈਂ ਪੜ੍ਹੀਆਂ ਤੇ ਉਹ ਸੁਖਮਨੀ ਸਾਹਿਬ ਦੀਆਂ ਪੰਕਤੀਆਂ। ਤੇ ਕਹਿੰਦੇ ਬਸ ਇੰਨੀ ਦੇਰ ਹੋਈ ਤੇ ਜਦੋਂ ਮੈਂ ਦੇਖਿਆ ਤੇ ਬਸ ਕਹਿੰਦੇ ਇੱਕਦਮ ਮੈਂ ਕਹਿੰਦੇ ਵਾਪਸ ਉੱਥੇ ਹੀ ਆ ਗਿਆ ਜਿੱਥੇ ਮੈਂ ਬੈਠਾ। ਕਹਿੰਦੇ ਪਰ ਮੈਂ ਹੈਰਾਨ ਹੀ ਕਿ ਜਿਹੜੀ ਪੋਥੀ ਸਾਹਿਬ ਮੈਂ ਹੱਥ 'ਚ ਫੜੀ ਸੀ ਉਹ ਲਾਗੇ ਰਹੇਲਦੇ ਸੀ, ਤੇ ਮੈਂ ਬਿਲਕੁਲ ਸਿੱਧਾ ਬੈਠਾ ਸੀ, ਨਾ ਮੈਂ ਢੋਲ ਆਈ ਨਾ ਮੈਂ ਕੁਝ ਨਹੀਂ, ਬਿਲਕੁਲ ਸਿੱਧਾ ਬੈਠਾ। ਕਹਿੰਦੇ ਮੈਨੂੰ ਸਮਝ ਨਹੀਂ ਆਈ ਕਿ ਮੇਰੇ ਨਾਲ ਹੋਇਆ ਕੀ, ਵੀ ਮੈਂ ਸਮਾਧੀ 'ਚ ਗਿਆ ਸੀ, ਮੈਂ ਸਮਾਧੀ 'ਚ ਕੁਝ ਦਰਸ਼ਨ ਕੀਤੇ ਨੇ, ਮੈਨੂੰ ਮਹਾਰਾਜ ਨੇ ਕੋਈ ਇਸ਼ਾਰਾ ਦਿੱਤਾ ਹੈ ਹਨਾ। ਕਹਿੰਦੇ ਪਰ ਸਾਰੀਆਂ ਗੱਲਾਂ ਮੇਰੇ ਨਾ ਦਿਮਾਗ 'ਚ ਕਲਿੱਕ ਕਰਦੀਆਂ ਰਹਿੰਦੀਆਂ ਗਈਆਂ ਜਿੱਦਾਂ ਹਨਾ। ਕਹਿੰਦੇ ਮੈਂ ਸੋਚਿਆ ਹੋ ਸਕਦਾ ਸਾਰੀ ਦਿਹਾੜੀ ਮੈਂ ਸੋਚਦਾ ਰਹਿਣਾ ਸੀ, ਮੈਨੂੰ ਨੀਂਦ ਆ ਗਈ ਹੋਵੇ, ਮੈਂ ਉਹ। ਕਹਿੰਦੇ ਫਿਰ ਉਹ ਜਿਹੜੀ ਪਿਤਾ ਜੀ ਨਾਲ ਗੱਲ ਹੋਈ ਸੀ ਕਿ ਸਾਡੇ ਪਿੰਡਾਂ ਲਾਗੇ ਉਹ ਫਲਾਣਾ ਸਿੰਘ ਹੈ ਤੇ ਉਹਨੇ ਆਉਣਾ ਹੈ, ਕਹਿੰਦੇ ਉਹ ਮੇਰੇ ਯਾਦ 'ਚ ਹੀ ਥੋੜੀ ਜਿਹੀ। ਕਹਿੰਦੇ ਜਿੱਦਣ ਉਹ ਦਿਨ ਇੱਕ ਦਿਨ ਅਗਲਾ ਲੰਘਿਆ ਹਨਾ, ਅੱਜ ਜਿੱਦਾਂ ਉਹਨੇ ਜਾਣਾ ਸੀ ਤੇ ਅਗਲੇ ਦਿਨ ਕਹਿੰਦੇ ਮੈਂ ਸਾਈਕਲ ਫੜਿਆ, ਮੈਂ ਉਹ ਪਿੰਡ ਗਿਆ ਤੇ ਜਾ ਕੇ ਮੈਂ ਉਹਨੂੰ ਪੁੱਛਿਆ ਕਿ ਯਾਰ ਇੱਥੇ ਤੁਹਾਡੇ ਪਿੰਡ ਫਲਾਣਾ ਬੰਦਾ ਰਹਿੰਦਾ ਹੈ? ਕਹਿੰਦੇ ਯਾਰ ਉਹ ਤੇ ਕੱਲ ਦਾ ਚੜਾਈ ਕਰ ਗਿਆ। ਕਹਿੰਦੇ ਫਿਰ ਮੈਂ ਸ਼ੌਕ ਹੋਇਆ ਕਿ ਨਹੀਂ, ਗੁਰੂ ਮਹਾਰਾਜ ਕੋਈ ਇਸ਼ਾਰਾ ਦੇਣ ਡਏ ਸੀ ਮੈਨੂੰ। ਕਹਿੰਦੇ ਫਿਰ ਮੈਨੂੰ ਸਮਝ ਆਈ, ਮੈਂ ਕਹਿੰਦੇ ਜਿਹੜਾ ਆਪਣੇ ਦਿਮਾਗ ਨਾਲ ਹਿਸਾਬ ਲਾਇਆ ਕਿ ਗੁਰੂ ਮਹਾਰਾਜ ਨੇ ਮੈਨੂੰ ਦੱਸਿਆ ਕਿ ਤੂੰ ਬੰਦਿਆਂ ਨੂੰ ਬਾਣੀ ਪੜ੍ਹਿਆ ਕਰ, ਆਹ ਵੇਖ ਲੈ ਜਿੰਨੀ ਤੂੰ ਮਨ ਲਾ ਕੇ ਪੜ੍ਹਦਾ ਹੈ ਸਾਡੇ ਕੋਲ ਨਹੀਂ ਆਉਣ ਡਈ ਹੈ, ਤੇ ਬਾਕੀ ਪੋਥੀ ਖਾਲੀ ਹੈ ਤੇਰੀ। ਜਿਹੜੀਆਂ ਪੰਕਤੀਆਂ ਤੂੰ ਮਨ ਲਾ ਕੇ ਪੜ੍ਹਦਾ ਹੈ ਉਹ ਵੇ ਇੱਥੇ ਲੇਖਾ ਆ ਰਿਹਾ ਹੈ ਤੇਰਾ, ਦੂਜੀਆਂ ਨਹੀਂ ਆ ਰਹੀਆਂ। ਕਹਿੰਦੇ ਮੈਨੂੰ ਉਸ ਰੰਗ ਤੋਂ ਇਸ਼ਕ ਲੱਗਾ। ਇਸ ਕਰਕੇ ਪੁੱਤ ਤੁਹਾਨੂੰ ਰੋਜ਼ ਜ਼ੋਰ ਦਿੰਨੇ ਕਿ ਮਨ ਲਾ ਕੇ ਕਰਨਾ, ਜੋ ਚੀਜ਼ ਕਰਨੀ ਰੋਜ਼ ਕਰਨੀ। ਜੇ ਅਸੀਂ ਆਪਣੀ ਗੱਲ ਕਰੀਏ ਤੇ ਗੁਰੂ ਮਹਾਰਾਜ ਦੀ ਇੱਕੋ ਹੀ ਬਖਸ਼ਿਸ਼ ਹੀ, ਆਪ ਤੁਹਾਡੇ ਨਾਲ ਖੇਡਦੇ ਆ ਨਾ, ਗੋਡੇ ਨਹੀਂ ਸਾਡੇ ਕੰਮ ਕਰਦੇ ਨੇ। ਤੁਹਾਡੇ ਪ੍ਰੇਮ 'ਚ ਜਦੋਂ ਜਿੰਦ ਕਹਿ ਦਿੰਦਾ, ਇੱਥੇ ਨਿਹੰਗ ਕਹਿ ਦਿੰਦਾ, ਅਰਜਨ ਖਾਸਾ ਹੀ ਇੱਕ ਅੱਧਾ ਅਧੂਰਾ ਕੰਮ ਕਰਨਾ ਸਾਡੀ ਆਦਤ ਨਹੀਂ ਹੈਗੀ। ਜਿਹੜਾ ਕਰਨਾ ਹੈ ਪੂਰਾ ਕਰਨਾ ਹੈ, ਰੀਝ ਨਾ ਕਰਨਾ। ਇਸ ਕਰਕੇ ਜਦੋਂ ਪੁੱਤ ਇਹ ਇੱਕ ਸੁਭਾਅ ਬਣਾਓ, ਜਿਵੇਂ ਉਸ ਦਿਨ ਭਾਈ ਭੂਮੀਆ ਜੀ ਦੀ ਉਹ ਬੱਚਿਆਂ ਨਾਲ ਸਾਖੀ ਸੀ ਨਾ ਕਿ ਗੁਰੂ ਮਹਾਰਾਜ ਦਾ ਬਚਨ ਮੰਨਣਾ ਹੈ ਤੇ ਮਹਾਰਾਜ ਸਭ ਔਗਣ ਕੱਢ ਦਿੰਦੇ, ਪਰ ਕਿੱਥੋਂ ਤੱਕ ਮੰਨਣਾ? ਭਾਵੇਂ ਜਾਣ ਦੀ ਨੌਬਤ ਕਿਉਂ ਨਾ ਆ ਜਾਏ, ਪਰ ਮੰਨਣਾ ਹੈ। ਅੱਜ ਜਿਸ ਦਿਨ ਅਸੀਂ ਆਪਣੇ ਵਾਸ਼ਨਾਵਾਂ ਨੂੰ ਜਿੱਤਣ ਦੀ ਖੇਡ 'ਚ ਸਤਿਗੁਰੂ ਨੇ ਪਾਇਆ ਸੀ ਤੇ ਪਹਿਲਾਂ ਹਾਰ ਜਾਂਦੇ ਸੀ ਸ਼ੁਰੂ ਦੇ ਵਿੱਚ, ਫਿਰ ਇੱਕ ਦਿਨ ਪ੍ਰਣ ਕਰ ਲਿਆ ਕਿ ਗੁਰੂ ਮਹਾਰਾਜ ਜਾਨ ਚਲੀ ਜਾਏਗੀ ਨਾ ਵੱਧ ਤੋਂ ਵੱਧ, ਹਾਲਾਂਕਿ ਜਾਂਦੀ ਨਹੀਂ ਹਨਾ, ਜਾਂਦੀ ਨਹੀਂ, ਪਰ ਨਹੀਂ ਹਾਰਨਾ, ਹੁਣ ਨਹੀਂ, ਜੋ ਮਰਜ਼ੀ ਹੋ ਜਾਏ। ਤੇ ਜਦੋਂ ਤੁਸੀਂ ਕਿਸੇ ਚੀਜ਼ ਤੇ ਹੱਠ ਕਰਕੇ ਤੇ ਕਿਸੇ ਚੀਜ਼ ਨੂੰ ਨਿਭਾਉਂਦੇ ਹੋ, ਜਿਵੇਂ ਕੱਲ ਉਹ ਰਲੀਨ ਭੈਣਾ ਪੁੱਛਣ ਲਈ ਤੇ ਤੈਨੂੰ ਸੰਕਲਪ ਸਾਧਨਾ ਦਾ ਪੁੱਤ ਦੱਸ ਰਹੇ, ਉਹ ਸੰਕਲਪ ਸਾਧਨਾ ਹੈ ਕਿ ਵਿਕਲਪ ਨਹੀਂ ਆਉਣ ਦੇਣਾ। ਉਦੋਂ ਤੁਹਾਡੀ એનર્ਜੀ ਇਕੱਠੀ ਹੁੰਦੀ, ਤਾਕਤ ਇਕੱਠੀ ਹੁੰਦੀ। ਫਿਰ ਤੁਸੀਂ ਮੰਨਦੀ ਮੇਰਾ ਜੀ ਨਹੀਂ ਕਰਦਾ, ਮੇਰਾ ਦਿਲ ਨਹੀਂ ਕਰਦਾ। ਅੱਛਾ ਦਿਲ ਕਿਹਦਾ ਨਹੀਂ ਕਰਦਾ? ਦਿਲ ਦਾ ਕੰਮ ਹੈ ਪੰਪ ਕਰਨਾ ਬਸ ਬਲੱਡ। ਐਵੇਂ ਕਹਾਣੀਆਂ ਬਣਾਈਆਂ। ਇਹ ਸਭ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਸਾਡਾ ਜਿਹੜੀਆਂ ਡਾਇਰੈਕਸ਼ਨਸ ਨੇ ਉਹਦੇ ਤੋਂ ਹੁੰਦੀਆਂ। ਵਾਪਸ ਆਈਏ, ਰਮਈਆ ਨੂੰ ਦਰਸ਼ਨ ਦੀ ਸਮਝ ਆ ਗਈ ਨਾ। ਰਮਈਆ ਕੇ ਗੁਣ ਚੇਤ ਪ੍ਰਾਣੀ। ਹੁਣ ਸਭ ਤੋਂ ਪਹਿਲਾਂ ਰਮਈਏ ਦਾ ਹੀ ਅਭਿਆਸ ਹੈ ਕਿ ਰਮਈਆ ਨੂੰ ਦੇਖਣਾ ਹੀ ਹੁੰਦਾ ਹੈ ਨਾ। ਤੁਸੀਂ ਰਮਈਆ ਨੂੰ ਦੇਖਦੇ ਜਾਓਗੇ ਸਾਰੀ ਜਗ੍ਹਾ ਤੇ ਹੈ ਨਾ। ਤੁਸੀਂ ਚੁੱਪ ਕਰਕੇ ਬਹਿ ਜਾਓ, ਨਿੱਕੇ ਜਿਹੇ ਬੱਚੇ ਨੂੰ ਦੇਖੋ ਕਿੱਦਾਂ ਵੱਡਾ ਹੋ ਰਿਹਾ ਹੈ।
ਇਹਦੀਆਂ ਹੱਡੀਆਂ ਵੀ ਵੱਡੀਆਂ ਹੋ ਰਹੀਆਂ। ਛੋਟੇ ਜਿਹੇ ਬੱਚੇ ਨੂੰ ਹਸਪੀਟਲ ਜਦੋਂ ਬਰਥ ਹੁੰਦਾ ਹੈ, ਨਿਊ ਬੋਰਨ ਬੇਬੀ ਹੁੰਦਾ ਹੈ, ਉਹਨੂੰ ਦੇਖੋ ਕਿੱਦਾਂ ਮਹਾਰਾਜ ਨੇ ਬਣਾਤਾ। ਜਦੋਂ ਤੁਸੀਂ ਉਹ ਰਚਨਾ 'ਚ ਜਾਓਗੇ ਤੇ ਆ ਸਾਰੀ ਪੰਕਤੀ ਦੇ ਅਰਥ ਐਸ ਰਮਈਆ 'ਚ ਵੀ ਲੱਭ ਜਾਣੇ ਤੁਹਾਨੂੰ, ਪੂਰੀ ਪੰਕਤੀ ਦੇ ਇਕੱਲੇ ਰਮਈਆ 'ਚ ਵੀ ਲੱਭ ਜਾਣੇ। ਇਹ ਸਤਿਗੁਰੂ ਦੀ ਬੜੀ ਅਚਰਜ ਮਹਿਮਾ ਹੈ। ਫਿਰ ਸਤਿਗੁਰੂ ਕਹਿੰਦੇ ਰਮਈਆ ਕੇ ਗੁਣ ਚੇਤੇ ਕਰਿਆ ਕਰ, ਹੈ। ਹੁਣ ਤੁਹਾਨੂੰ ਅਭਿਆਸ ਦਿੱਤਾ ਸੀ ਕਿ ਰਮਈਆ ਦੇ ਗੁਣ ਚੇਤੇ ਕਰ ਲਿਆ ਕਰ। ਮੁਸ਼ਕਲ ਕੀ ਆਈ? ਇੱਕ ਮੁਸ਼ਕਲ ਆਉਂਦੀ ਹੁੰਦੀ ਹੈ ਜਦੋਂ ਇਹ ਅਭਿਆਸ ਕਰੀਏ। ਕੀ ਮੁਸ਼ਕਲ ਆਈ? ਹਾਂਜੀ, ਕਈ ਵਾਰ ਕਰੀਦਾ ਹੁੰਦਾ ਫਿਰ ਕਿ ਥੋੜੇ ਚਿਰ ਬਾਅਦ ਭੁੱਲੀਦਾ। ਹੋਰ ਕਿਹਨੂੰ ਲੱਗਦਾ ਇਹੋ ਮੁਸ਼ਕਲ ਆਉਂਦੀ? ਆਲਮੋਸਟ ਸਾਰਿਆਂ ਨੂੰ ਇਹੋ ਲੱਗਦਾ ਹੁੰਦਾ। ਇਹੋ ਹੀ ਇੱਕ ਮੁਸ਼ਕਲ ਹੈ। ਅੱਛਾ, ਸਤਿਗੁਰੂ ਨੇ ਸਾਡੀ ਇਸ ਮੁਸ਼ਕਲ ਦਾ ਆਨਸਰ ਇਸੇ ਪੰਕਤੀ 'ਚ ਦਿੱਤਾ ਹੈ। ਜਿਹੜਾ ਭੁੱਲ ਜਾਣ ਵਾਲਾ ਕਾਰਜ ਹੈ ਨਾ, ਉਹਦਾ ਆਨਸਰ ਇਹਦੇ 'ਚ ਹੀ ਹੈ। ਹੁਣ ਤੁਸੀਂ ਸ਼ਾਬਦਿਕ ਅਰਥਾਂ ਤੇ ਜਾਓਗੇ ਜਾਂ ਕੱਲਾ ਬਾਣੀ ਦੇ ਜਾਪ ਤੇ ਜਾਓਗੇ ਤੇ ਤੁਹਾਨੂੰ ਉਹ ਰਮਜ ਸਮਝ ਹੀ ਨਹੀਂ ਆਉਣੀ ਕਦੀ। ਪਰ ਜੇ ਤੁਸੀਂ ਉਹਦੇ ਨਾਲ ਜਾਓਗੇ, ਗੁਰੂ ਮਹਾਰਾਜ ਦੀ ਬਾਂਹ ਪਕੜ ਕੇ ਜਿੱਧਰ ਗੁਰੂ ਮਹਾਰਾਜ ਲੈ ਕੇ ਜਾਂਦੇ, ਤੇ ਫਿਰ ਭੇਦ ਖੁੱਲਣੇ ਸ਼ੁਰੂ ਹੋ ਜਾਣੇ, ਰਮਜਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ। ਉਹ ਸਿੱਖਣ ਦੀ ਕਲਾ ਹੈ, ਉਹ ਸਿੱਖਣਾ ਹੈ। ਸਮਝ ਆਇਆ ਸਿੱਖ ਕੀ ਹੁੰਦਾ? ਜਿਹੜਾ ਮਹਾਰਾਜ ਕੋਲੋਂ ਮਹਾਰਾਜ ਦੇ ਰੰਗਾਂ ਨੂੰ, ਮਹਾਰਾਜ ਦੀਆਂ ਰਮਜਾਂ ਨੂੰ ਸਿੱਖੇ, ਉਹਨੂੰ ਸਿੱਖ ਕਹਿੰਦੇ ਆ। ਜਿਹੜਾ ਆ ਅਸੀਂ ਸਾਰੇ ਜਣੇ ਰੌਲਾ ਪਾਉਣੇ ਆ ਨਾ, ਮੈਂ ਸਿੱਖ, ਉਹ ਸਿੱਖ, ਉਹ ਸਿੱਖ, ਉਹ ਝੂਠ ਵੀ ਬੋਲੀ ਜਾਂਦਾ, ਉਹ ਵੀ ਸਿੱਖ, ਉਹ ਲੜੀ ਵੀ ਜਾਂਦਾ, ਉਹ ਵੀ ਸਿੱਖ, ਉਹ ਗਾਲਾਂ ਵੀ ਕੱਢੀ ਜਾਂਦਾ, ਉਹਨੂੰ ਸਿੱਖਣਾ ਨਹੀਂ ਕਹਿੰਦੇ। ਉਹ ਤੇ ਜਾਨਵਰ ਵੀ ਕਰ ਰਹੇ ਨੇ। ਕੁੱਤਿਆਂ ਦੇ ਝੁੰਡ 'ਚ ਚਲੇ ਜਾਓ, ਉਹ ਲੜਦੇ ਨੇ, ਪਸ਼ੂਆਂ ਦੇ ਚਲੇ ਜਾਓ, ਉਹ ਲੜਦੇ ਨੇ, ਸਭ ਲੜਨ ਦੇ, ਪੰਛੀ ਲੜ, ਸਭ ਕਰਨ ਦੇ। ਉਹਤੇ ਸਿੱਖੀ ਗੁਰੂ ਕੋ ਸਿੱਖਣਾ ਹੈ ਤੇ ਆ ਸਿੱਖੀ ਹੈ ਜਿਹੜਾ ਮਹਾਰਾਜ ਕੋ ਬਹਿ ਕੇ ਆ ਰਮਜਾਂ ਸਿੱਖਦਾ। ਤੇ ਸਤਿਗੁਰੂ ਦੀ ਪਾਰਸ ਕਲਾ ਵੀ ਇਹੋ ਹੀ ਹੈ। ਪਾਰਸ ਦਾ ਮਤਲਬ ਸਮਝਦੇ ਹੋ ਨਾ, ਹਨਾ? ਪਾਰਸ ਇੱਕ ਮੈਜੀਕਲ ਮੰਨਿਆ ਜਾਂਦਾ ਹੈ, ਪੱਥਰ ਹੈ, ਉਹਦੇ ਨਾਲ ਜਿਹੜਾ ਵੀ ਲੋਹਾ ਜਿਹੜਾ ਹੈ ਉਹਦੇ ਨਾਲ ਸੁਹਾ ਦਿਓ, ਰਗੜ ਦਿਓ, ਉਹ ਸੋਨਾ ਹੋ ਜਾਂਦਾ। ਤੇ ਸਤਿਗੁਰੂ ਨੂੰ ਪਾਰਸ ਕਹੀ ਜਾਂਦਾ। ਜਿਵੇਂ ਸਤ ਕਹਿੰਦੇ ਕਿ ਗੁਰ ਪਾਰਸ ਹਮ ਲੋ, ਹਨਾ? ਗੁਰੂ ਨੂੰ ਪਾਰਸ ਜਦੋਂ ਤੁਸੀਂ ਇਦਾਂ ਇਸ ਸਾਹਿਬ ਦੇ ਨਾਲ ਪਰਸੋਗੇ, ਇਹਦੇ ਨਾਲ ਜਿੱਦਾਂ ਕਹਿ ਲਓ ਕਿ ਬੈਠੋਗੇ ਇਹਦੇ ਚਰਨਾਂ 'ਚ ਤੇ ਰਮਜ ਸਿੱਖੋਗੇ, ਤੇ ਤੁਸੀਂ ਹੈਰਾਨ ਹੋਵੋਗੇ। ਹਰ ਅਭਿਆਸ ਤੋਂ ਬਾਅਦ ਤੁਸੀਂ ਉਹ ਨਹੀਂ ਬਚਣਾ ਜੋ ਤੁਸੀਂ ਹੋ। ਤੁਸੀਂ ਬਦਲ ਜਾਂਦੇ, ਤੁਸੀਂ ਸੋਹਣੇ ਹੁੰਦੇ ਜਾਂਦੇ, ਤੁਹਾਡੇ ਅੰਦਰ ਮਹਾਰਾਜ ਦੇ ਗੁਣ ਆਈ ਜਾਂਦੇ। ਉਹ ਸਿੱਖੀ ਕਮਾਉਣੀ ਹੈ। ਤੇ ਜਿਸ ਦਿਨ ਤੁਸੀਂ ਇਦਾਂ ਸਿੱਖੀ ਕਮਾਉਣ ਲੱਗ ਪਏ, ਤੁਸੀਂ ਹੈਰਾਨ ਹੋਣਾ ਹੈ ਕਿ ਫਿਰ ਤੁਹਾਡੇ ਤੋਂ ਦੁਨੀਆ ਸਿੱਖਣ ਵਾਲੀ ਹੋਏਗੀ। ਰਮਈਆ ਕੇ ਗੁਣ ਚੇਤ ਪ੍ਰਾਣੀ। ਹੁਣ ਇਹਦੀ ਅਭਿਆਸ ਕਰਨ 'ਚ ਸਭ ਤੋਂ ਵੱਡੀ ਮੁਸ਼ਕਲ ਕੀ ਆਉਂਦੀ? ਅਸੀਂ ਭੁੱਲਦੇ ਬਾਰ-ਬਾਰ, ਹਨਾ? ਅਸੀਂ ਵੀ ਭੁੱਲਦੇ ਸੀ, ਹਨਾ? ਤੇ ਮਹਾਰਾਜ ਨੇ ਕਿਹਾ, ਮਹਾਰਾਜ ਅਸੀਂ ਭੁੱਲਦੇ ਤੇ ਕਹਿੰਦੇ ਆ ਵੀ ਮਹਾਰਾਜ ਦੇ ਗੁਣ ਚੇਤੇ ਕਰਨੇ ਆ। ਜਿਹਨੂੰ ਸਿਫਤ ਸਲਾਹ ਮਿਲੇ ਉਹ ਪਾਤਸ਼ਾਹ ਹੁੰਦਾ, ਪਰ ਮਿਲਦੀ ਤੇ ਹੈ ਨਹੀਂ। ਸਤਿਗੁਰੂ ਕਹਿੰਦੇ ਐਸ ਤਰੀਕੇ ਨਾਲ ਕਵਨ ਮੂਲ ਤੇ। ਕਵਨ ਕੀ ਹੁੰਦਾ? ਕਵਨ ਦੇ ਅਰਥ ਕਿਹਨੂੰ ਪਤਾ ਨਹੀਂ? ਕਿਵੇਂ, ਕਿਸ ਤਰ੍ਹਾਂ? ਕਵਨ ਮੂਲ ਤੇ, ਕਿਹੜੇ ਮੂਲ ਤੋਂ? ਮੂਲ ਕੀ ਹੁੰਦਾ? ਹਾਂ, ਰੂਟ ਕਹਿ ਲਓ, ਜਾਂ ਜਿਹੜੀ ਬਿਲਕੁਲ ਜਿੱਥੋਂ ਸ਼ੁਰੂਆਤ ਹੋਈ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਦ੍ਰਿਸ਼ਟਾਨੀ ਕੀ ਹੁੰਦਾ? ਹਾਂਜੀ ਪੁੱਤ? ਜਿਹੜਾ ਦ੍ਰਿਸ਼ਟਮਾਨ ਹੁੰਦਾ, ਦਿਖਦਾ ਏ। ਅੱਛਾ, ਤੁਹਾਨੂੰ ਕੀ ਕੀ ਦਿਖਦਾ ਏ? ਇਹਦਾ ਮਤਲਬ ਜੋ ਵੀ ਤੁਹਾਨੂੰ ਦਿਖਦਾ ਏ, ਦ੍ਰਿਸ਼ਟਾਨੀ, ਜੋ ਵੀ ਦਿਖਾਈ ਦੇ ਰਿਹਾ ਏ, ਉਹਦਾ ਮੂਲ ਖੋਜਣਾ ਏ। ਤੁਹਾਨੂੰ ਮਾਂ ਦਿਖਾਈ ਦੇ ਰਹੀ ਏ, ਮਾਂ ਦਾ ਮੂਲ ਖੋਜਣ ਜਾਓ ਕਿ ਮਾਂ ਕਿਵੇਂ ਆਈ ਹੋਏਗੀ। ਤੁਸੀਂ ਜਦੋਂ ਇਹ ਖੇਡ ਕਰਨ ਜਾਓਗੇ, ਜਿਵੇਂ ਪਹਿਲਾਂ ਸ਼ੁਰੂ ਚ ਆਪ ਜੀ ਨੇ ਦੱਸਿਆ ਸੀ ਕਿ ਫੁੱਲ ਦੇ ਵਿੱਚ ਰੰਗ ਕੌਣ ਭਰਦਾ? ਫੁੱਲ ਦਾ ਰੰਗ ਸੋਹਣਾ ਲੱਗਾ, ਫੁੱਲ ਦੇ ਵਿੱਚ ਰੰਗ ਕੌਣ ਭਰਦਾ? ਉਹਦਾ ਮੂਲ ਖੋਜੋਗੇ, ਪਿਆਰੇ ਜੀ ਮਿਲਣਗੇ, ਹਨਾ? ਤੁਸੀਂ ਪ੍ਰਸ਼ਾਦਾ ਛਕਦੇ ਹੋ, ਪ੍ਰਸ਼ਾਦਾ ਛਕਦੇ ਜਿਹੜਾ ਹੈ ਉਹਦਾ ਮੂੰਹ ਬਹਿ ਕੇ ਸਭ ਤੋਂ ਪਹਿਲਾਂ ਅਰਦਾਸ ਕਰਨੀ, ਫਿਰ ਮਹਾਰਾਜ ਦਾ ਧੰਨਵਾਦ ਕਰਨਾ। ਉੱਥੇ ਕਿਤਿਓਂ ਲੂਣ ਆਇਆ, ਕਿਤਿਓਂ ਕਾਲੀ ਮਿਰਚ ਆਈ, ਕਿਤਿਓਂ ਕੁਛ ਆਇਆ, ਕਿਤਿਓਂ ਪਤਾ ਨਹੀਂ ਕਿੰਨਾ ਕੁ ਕੁਝ।
किन्ने मीहां ने पालिया, किन्ने सूरजां ने पालिया, किन्ने दिन लगे, किन्नी धरती ने अपनी जिंद कढ़ के ਉਹਦੇ ਚ ਪਾ ਛੱਡੀ है ना, अपनी उपजाऊ शक्ति उस भोजन च पा छड्डी कि तुहानू ताकत मिले। फसलों ने अपने आप नू कुर्बान किया, धरती ने अपनी ममता नू कुर्बान किया, फिर जाके जिहड़ा है तुहाडे अगे एक टाइम दा भोजन आया। चलो तुहानू स्वाद बहुत लगदा, स्वाद नू कदी ਉਹਦਾ मूल खोजो, स्वाद किवें लगदा है ना। तुसीं कोई चीज़ जिहड़ी स्वाद लगदी ਉਹਨੂੰ ਮੂੰਹ 'ਚ ਰੱਖ ਲਓ, ਹੌਲੀ ਹੌਲੀ ਚਿੱਥੀ ਜਾਓ, ਅੱਖਾਂ ਬੰਦ ਕਰ ਲਓ, ਉਹਦੇ ਟੇਸਟ ਨੂੰ ਚੰਗੀ ਤਰ੍ਹਾਂ ਇੰਜੋਏ ਕਰੋ ਤੇ ਦੇਖੋ ਕਿ ਉਹ ਕਿੱਦਾਂ ਮੈਂ ਟੇਸਟ ਕਰ ਪਾ ਰਿਹਾ, ਮੈਨੂੰ ਇਹ ਜਿਹੜਾ ਆਨੰਦ ਮਿਲ ਰਿਹਾ ਹੈ ਇਹ ਕਿੱਦਾਂ ਮਿਲ ਰਿਹਾ ਹੈ, ਕੌਣ ਦੇ ਰਿਹਾ ਹੈ। ਮੇਰੀ ਰਸਨਾ ਤੇ ਟੇਸਟ ਬਰਡਸ ਨੇ ਉਹ ਮਹਾਰਾਜ ਨੇ ਕਿੱਦਾਂ ਬਣਾਏ। ਜਿਉਂ-ਜਿਉਂ ਤੁਸੀਂ ਇਹ ਅਭਿਆਸ ਕਰਦੇ ਜਾਓਗੇ ਤੁਸੀਂ ਜਾਗਦੇ ਜਾਣਾ। सपोज करो तुहानू दिखाई दे रहा है पिताजी गुस्सा कर रहे मेरे, सिंपल कि सामने पिताजी ने गुस्सा कर रहे, तो मूल खोजन लग जाओ कि पिताजी गुस्सा किवें कर रहे। अंदर पिछे ते महाराज का कोई रंग ही घटन दिया होएगा ना, एनर्जी तो वही यूज होनी होएगी। फिर तुहानू दिखेगा कि पिताजी महाराज की कोई दिती हुई बख्शिश जिहड़ी है उन्होंने वेस्ट कर रहे। ਤੇ ਤੁਹਾਡਾ ਭਲਾ ਹੋ ਜੇ ਤੇ ਇੰਨਾ ਕੀਮਤੀ ਜਿਹੜਾ ਖਜ਼ਾਨਾ ਹੈ, ਜਿਹੜੀ ਦਾਤ ਹੈ, ਬਖਸ਼ਿਸ਼ ਹੈ, ਉਹਦੀ ਵੇਸਟੇਜ ਹੋ ਚੱਲੀ ਤੇ ਮੇਰੇ ਪਿਤਾ ਜੀ ਨੇ ਤੇ ਉਹਨੂੰ ਵੇਸਟ ਕਰ ਲੈਣਾ, ਇਹਦੇ ਚੋਂ ਕੁਝ ਨਹੀਂ ਪਾਉਣਾ ਉਹਨਾਂ ਨੇ। ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਤੁਸੀਂ ਗੁੱਸੇ ਦੇ ਪਿੱਛੇ ਦੇਖੋਗੇ, ਤੁਹਾਨੂੰ ਪਿਤਾ ਤੇ ਤਰਸ ਆਏਗਾ, ਪ੍ਰੇਮ ਆਏਗਾ, ਅਰਦਾਸ ਅੰਦਰੋਂ ਪ੍ਰਗਟ ਹੋਏਗੀ ਕਿ ਮਹਾਰਾਜ ਇਹਨਾਂ ਨੇ ਤੁਹਾਡੀ ਦਾਤ ਨੂੰ ਗੁੱਸੇ 'ਚ ਆ ਕੇ ਬਰਬਾਦ ਕਰ ਲਿਆ, ਮੇਰੇ ਪਿਤਾ ਜੀ ਦੀ ਰਾਖੀ ਕਰੇ। गुस्सा नहीं आना गुस्से तो, गुस्सा सुत्ते बंदे नूं आउंदा, कमले बंदे नूं आउंदा, मोटी मत वाले नूं आउंदा, सीधे शब्दां च कहिए जिहड़ा पिछे नहीं देखदा। ते गुरु तो बिना ही सब कमले, गुरु तो बिना ही सब कमले। इस करके जो भी दिखाई दिंदा है ओहदा अभ्यास करना। जदों तुसी इस तुहाडा सुभाव बन गया इदां वेखना। अजे ही किदां वेखदे आ, अजे लोकां ने, फिल्मां ने, ड्रामियां ने, इधरों उधरों जीआं ने साडे अंदर कोई इन्फो पुट कीती है, ਉਹਦੇ ਤੋਂ ਅਟਰੈਕਸ਼ਨਾਂ ਬੜੀਆਂ ਨੇ, ਅਸੀਂ ਉਹਨਾਂ ਦੇ ਕਹੇ ਅਨੁਸਾਰ ਸਾਡੀਆਂ ਅੱਖਾਂ ਵਰਕ ਹੁੰਦੀਆਂ। ਤੁਹਾਨੂੰ ਲੱਗਦਾ ਹੈ ਮੈਂ ਇਹ ਪਾ ਰਿਹਾ, ਤੁਸੀਂ ਨਹੀਂ ਪਾ ਰਹੇ। ਆਸੇ ਪਾਸੇ ਦੀ ਇਨਫੋਰਮੇਸ਼ਨ ਹੈ ਤੁਹਾਡੇ ਅੰਦਰ ਪੁੱਟ ਹੋਈ, ਤੁਸੀਂ ਉਹਨਾਂ ਦੇ ਕਹੇ ਤੇ ਇੰਜੋਏ ਕਰ ਰਹੇ ਆ ਤੇ ਤੁਸੀਂ ਮੰਨ ਰਹੇ ਆ, ਤੁਹਾਨੂੰ ਲੱਗ ਰਿਹਾ ਤੁਸੀਂ ਇੰਜੋਏ ਕਰ ਰਹੇ। ਜਿਸ ਦਿਨ ਤੁਸੀਂ ਆਹ ਖੇਡ ਚੁੱਤਰੇ, ਜਿਸ ਦਿਨ ਇਹ ਸੁਭਾਅ ਬਣਿਆ, ਉਸ ਦਿਨ ਤੁਸੀਂ ਮਹਾਰਾਜ ਦਾ ਜਿਹੜਾ ਉਹ ਸੱਤ ਰੰਗ ਹੈ ਨਾ, ਜਿਹੜਾ ਸਦਾ ਰਹਿੰਦਾ, ਉਹ ਦੇਖਣਾ ਸ਼ੁਰੂ ਕਰੋਗੇ। ਤੇ ਜਿਉਂ-ਜਿਉਂ ਇਹਦੇ 'ਚ ਜਾਂਦੇ ਗਏ ਫਿਰ ਮਹਾਰਾਜ ਦਾ ਜਿਹੜਾ ਸੱਤ ਸਵਰੂਪ ਹਰ ਜਰੇ ਜਰੇ 'ਚ ਦਿਖੇਗਾ। ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਜੀ ਨੂੰ ਪੂਰੀ ਦਰਸ਼ਨ ਲੀਲਾ ਸਮਝ ਆਉਣੀ। ਉਸ ਦਿਨ ਸਿਰਫ ਗੁਰਮੁਖੀ ਲਿਪੀ 'ਚ ਨਹੀਂ ਲੱਭਣੇ, ਉਸ ਦਿਨ ਜਰੇ ਜਰੇ 'ਚ ਲੱਭਣੇ। ਉਸ ਦਿਨ ਸਿਰਫ ਜਿਹੜਾ ਹੈ ਉਹ 500 ਸਾਲ ਪਹਿਲਾਂ ਨਹੀਂ ਲੱਭਣੇ, ਫਿਰ ਉਹ ਆਦ ਸੱਚ ਉੱਥੋਂ ਲੱਭਣੇ। ਜਿੱਥੇ ਸਤਿਗੁਰੂ ਕਹਿੰਦੇ ਨੇ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਉਹਦਾ ਉਹ ਸਵਰੂਪ ਵੀ ਲੱਭਣਾ। ਹੁਣ ਜੇ ਬਾਣੀ ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਉਹ ਪਰਮਾਤਮਾ ਦਾ ਰੰਗ ਹੈ, ਤੇ ਫਿਰ ਇਹਦਾ ਮਤਲਬ ਇਹ ਕਿ ਗੁਰਮੁਖੀ ਲਿਪੀ ਦੇ ਅੱਖਰਾਂ ਤੋਂ ਪਰੇ ਵੀ ਕੁਝ ਹੈ। ਸਮਝਦੇ ਗੱਲ ਨੂੰ? ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੇ ਤੇ ਉਹ ਪ੍ਰਗਟ ਨੇ, ਉੱਥੋਂ ਤੇ ਉਹ ਧਾਰਾ ਵਗ ਰਹੀ ਹੈ, ਪ੍ਰਗਟ ਹੈ, ਉਹ ਨੂਰ ਹੈ, ਹਨਾ। ਜੇ ਉਹ ਨਾ ਹੋਣ ਤੇ ਸਾਨੂੰ ਸਮਝ ਹੀ ਨਹੀਂ ਆ ਸਕਦੀ ਸਾਡੀ ਬਾਂਹ ਕੌਣ ਪਕੜੇ। ਸਾਡੇ ਵਾਸਤੇ ਸਭ ਤੋਂ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਨੇ, ਕਿਉਂਕਿ ਉੱਥੋਂ ਸਾਡੀ ਬਾਂਹ ਪਕੜ ਲੈਂਦੇ, ਨਹੀਂ ਤੇ ਸਾਡੇ ਕੋਲ ਕੋਈ ਰਸਤਾ ਨਹੀਂ ਹੈਗਾ ਬਾਂਹ ਪਕੜਾਉਣ ਦਾ। ਇਸ ਕਰਕੇ ਗੁਰੂ ਮਹਾਰਾਜ ਨੂੰ ਰੀਝ ਨਾਲ ਪਿਆਰ ਕਰਨਾ, ਰੀਝ ਨਾਲ ਪਰਿਕਰਮਾ ਕਰਨੀਆਂ, ਰੀਝ ਨਾਲ ਮੱਥਾ ਟੇਕਣਾ, ਰੀਝ ਨਾਲ ਬਲਿਹਾਰੇ ਜਾਣਾ। ਪਰ ਜੋ ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਅਸਲੀ ਸਰੂਪ ਵੀ ਪਾਉਣਾ। ਸਮਝ ਆਈ ਗੱਲ ਦੀ? ਇਹ ਤੇ ਹੋ ਗਿਆ ਅਭਿਆਸ। ਬਾਣੀ ਨੂੰ ਖੋਜਣਾ ਕਿਵੇਂ? ਬਾਣੀ ਦੇ ਖੋਜਣ ਦੇ ਕਿੰਨੇ ਪੜਾਅ ਨੇ? ਪਹਿਲਾ ਕੀ ਹੈ? ਬਾਣੀ ਪੜ੍ਹਨਾ, ਦੂਜਾ ਸਮਝਣਾ, ਤੀਜਾ ਦਰਸ਼ਨ, ਚੌਥਾ ਹਾਂ ਚੌਥਾ ਤੇ ਫਿਰ ਤੁਸੀਂ ਉਸ ਵਾਹੋ 'ਚ ਚਲੇ ਜਾਣੇ ਨਾ। ਚੌਥਾ ਵੀ ਸਮਾਧ ਹੈ ਅਸਲ ਦੇ ਵਿੱਚ।
ਚੌਥਾ ਵੀ ਸਮਾਦ ਹੈ ਕਿ ਤੁਸੀਂ ਹੁਣ ਉਹਦੇ 'ਚ ਚਲੇ ਗਏ। ਜਿਵੇਂ ਹੁਣ ਭਗਤ ਕਬੀਰ ਕਹਿ ਦਿੰਦੇ ਜਾਂ ਭਗਤ ਜਨ ਬੜੀ ਥਾਵਾਂ ਤੇ ਕਹਿ ਦਿੰਦੇ ਕਿ ਹੇ ਸਤਿਗੁਰੂ ਪਿਤਾ ਤੂੰ ਮੈਨੂੰ ਇੱਕ ਘੜੀ ਨਾ ਮਿਲੇ ਤੇ ਮੈਂ ਮਰ ਜਾਣਾ। ਜਿਵੇਂ ਸਤਿਗੁਰੂ ਕਹਿ ਦਿੰਦੇ ਅੱਖਾਂ ਜੀਵਾਂ ਵਿਸਰੈ ਮਰ ਗਿਆ, ਕਿ ਹੇ ਸਤਿਗੁਰੂ ਜਦੋਂ ਮੈਂ ਆਖਦਾ ਏ ਹੈਨਾ ਤੇ ਮੈਂ ਜਿੰਦਾ ਏ, ਜਦੋਂ ਤੂੰ ਵਿਸਰ ਜਾਣਾ ਮੈਂ ਮਰ ਜਾਣਾ। ਹੁਣ ਪਹਿਲਾ ਇਹ ਪੜ੍ਹ ਲਿਆ, ਹੁਣ ਦੂਜਾ ਇਹ ਸਮਝ ਲਿਆ ਕਿ ਆਖਣ ਨਾਲ ਜਿੰਦੇ ਹੋਈਦਾ ਏ, ਨਾ ਆਖਣ ਦੇ ਨਾਲ ਵਿਸਰਨ ਦੇ ਨਾਲ ਮਰ ਜਾਈਦਾ ਹੈ। ਹੁਣ ਦਰਸ਼ਨ ਚ ਉਤਰਨਾ ਹੈ ਕਿ ਵਿਸਰਨ ਨਾਲ ਮੈਂ ਵੀ ਤੇ ਮਰਦਾ ਹੀ ਹੋਵਾਂਗਾ, ਕਿੱਦਾਂ ਮਰਦਾ ਮੈਂ ਦੇਖਾਂ ਆਪਣੇ ਆਪ ਨੂੰ। ਮੈਂ ਆਖਣ ਨਾਲ ਜਿੰਦਾ ਕਿਵੇਂ ਹੁੰਨਾ ਇਹ ਦੇਖਾਂ ਤੇ ਸਹੀ ਆਪਣੇ ਆਪ ਨੂੰ। ਫਿਰ ਉਹ ਦੇਖਣਾ ਦਰਸ਼ਨ, ਤੇ ਜਦੋਂ ਉਹ ਪ੍ਰਾਪਤ ਹੋਏਗਾ ਫਿਰ ਚੌਥਾ ਵਿਸਮਾਦ ਹੀ ਵਿਸਮਾਦ ਹੈ। ਫਿਰ ਉੱਥੇ ਵਾਹੋ 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 ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਉੱਥੇ ਇੱਕ ਓਂਕਾਰ। ਠੀਕ ਹੈ, ਬਾਣੀ ਨੂੰ ਰੋਜ਼ ਜਿਹੜਾ ਹੈ ਆਪਣੀ ਜ਼ਿੰਦਗੀ 'ਚ ਨਿਯਮ ਬਣਾ ਲਓ। ਆਪਾਂ ਅੱਜ ਮਿਲੇ ਆ, 1 ਸਾਲ ਤੱਕ ਅਗਲੇ ਜੂਨ ਜੁਲਾਈ ਚਲਾ ਲਓ। ਤੁਸੀਂ ਸਾਰੇ ਬੱਚਿਆਂ ਨੇ ਕੋਸ਼ਿਸ਼ ਕਰਿਓ ਕਿ ਯਾਦ ਕਰਾ ਦਿਓ ਅਮਰਦੀਪ ਖਾਲਸਾ ਜੀ ਨੂੰ, ਜਸਦੇਵ ਖਾਲਸਾ ਜੀ ਨੂੰ, ਡਾਕਟਰ ਸਾਹਿਬ ਨੂੰ, ਕਿਸੇ ਨੂੰ। ਆਪਾਂ ਜਿੱਥੇ ਵੀ ਹੋਵਾਂਗੇ ਆਪਾਂ 1 ਜੂਨ ਅਗਲੇ ਜੂਨ ਦੇ ਵਿੱਚ ਇੱਕ ਵੀਡੀਓ ਕਾਨਫਰੰਸ ਕਰਨੀ ਸਾਰਿਆਂ ਨੇ, ਤੇ ਤੁਸੀਂ ਇਸ 1 ਸਾਲ ਦੇ ਵਿੱਚ ਘੱਟੋ ਘੱਟ ਜਿਹੜਾ ਹੈ ਉਹ 10 ਸ਼ਬਦਾਂ ਦੇ ਇਦਾਂ ਰੰਗ ਮੰਨਣਾ ਹੈ ਸਾਰਿਆਂ ਨੇ। ਭੁੱਲਿਓ ਨਾ, ਉਹ ਸ਼ਬਦ ਲਿਖ ਲਿਓ ਡਾਇਰੀ ਤੇ, ਇੱਕ ਡਾਇਰੀ ਲਾ ਲਿਓ, 10 ਸ਼ਬਦਾਂ ਦੇ ਰੰਗ ਮੰਨਣੇ ਨੇ। ਤੇ ਜੇ ਤੁਸੀਂ 10 ਸ਼ਬਦਾਂ ਦੇ ਰੰਗ ਮੰਨ ਲਏ, ਇਹਦਾ ਮਤਲਬ ਹੈ ਫਿਰ ਤੁਹਾਨੂੰ ਅੱਗੇ ਰੰਗ ਮੰਨਣਾ ਆਪਣੇ ਆਪ ਆ ਜਾਣਾ। ਠੀਕ ਹੈ, ਕਰਾਂਗੇ ਨਾ ਇਹ, ਭੁੱਲ ਤੇ ਨਹੀਂ ਜਾਓਗੇ। ਪਰ ਕਰਨੇ ਜੇ ਰੋਜ਼ ਇੱਕ ਪੰਕਤੀ ਲੈ ਲਓ, ਇੱਕ ਸ਼ਬਦ ਲੈ ਲਓ, ਰੋਜ਼ ਇੱਕੋ ਹੀ ਪੰਕਤੀ ਕਰਨੀ, ਇੱਕ ਸ਼ਬਦ ਲੈ ਲਓ ਪੰਕਤੀ ਦਾ, ਇੱਕ ਕਰਦੇ ਰਹੋ ਹੈਨਾ। ਜਿਸ ਦਿਨ ਤੁਸੀਂ ਇੱਕ ਨੂੰ ਮੰਨਣ ਲੱਗ, ਜਿੱਥੇ ਸਤਿਗੁਰੂ ਆਉਂਦੇ ਨੇ ਨਾ, ਕਈ ਵਾਰ ਕਹਿੰਦੇ ਆ ਕਿ ਤੂੰ ਕਿਰਤ ਘਰਾਂ ਨੂੰ ਪਾਲਦਾ ਜਾਂ ਪਾਲਣਹਾਰਾ ਸ਼ਬਦ ਆ ਗਿਆ, ਤੁਸੀਂ ਹੈਰਾਨ ਹੋਵੋਗੇ। ਪਾਲਣਹਾਰਾ ਸਿਰਫ ਇੱਕ ਸ਼ਬਦ ਖੋਜਣ ਜਾਓਗੇ ਨਾ, ਦਰਸ਼ਨ 'ਚ ਜਾਓਗੇ, ਤਾਂ ਹੋ ਸਕਦਾ ਤੁਸੀਂ ਮਹੀਨਾ ਉੱਥੇ ਗਾਓ। ਤੁਸੀਂ ਜਿੱਧਰ ਵੇਖੋਗੇ ਉਹਦੀ ਪਾਲਣਾ ਹੀ ਪਾਲਣਾ ਦਿਖਾਈ ਦੇਗੀ। ਨਿੱਕੇ ਨਿੱਕੇ ਜਰੇ ਤੋਂ ਲੈ ਕੇ ਵੱਡੀ ਖੇਡ ਤੱਕ ਸਭ ਪਾਲਣਾ, ਤੁਹਾਡੇ ਆਸੇ ਪਾਸੇ ਸਭ ਪਾਲਣਾ ਦੀ ਖੇਡ ਆਈ। ਜਿਸ ਦਿਨ ਤੁਸੀਂ ਪਾਲਣਹਾਰ ਨੂੰ ਸਮਝੋਗੇ, ਉਸ ਦਿਨ ਫੁੱਲਾਂ ਨਾਲ ਲੱਗੇ ਕੰਡੇ ਸੋਹਣੇ ਲੱਗਦੇ, ਉਸ ਦਿਨ ਤੁਹਾਨੂੰ ਕੰਡੇ ਵੀ ਸੋਹਣੇ ਲੱਗਣਗੇ, ਕਿਉਂਕਿ ਉਹਦੀ ਪਾਲਣਾ ਦਾ ਇੱਕ ਰੰਗ ਹੈ। ਜਿਸ ਦਿਨ ਤੁਸੀਂ ਕੰਡੇ ਸਮਝ ਲਏ, ਤੁਹਾਨੂੰ ਝਿੜਕਾਂ ਵੀ ਸੋਹਣੀਆਂ ਲੱਗਣੀਆਂ, ਕਿਉਂਕਿ ਝਿੜਕ, ਹਰ ਵਿਰੋਧ, ਹਰ ਜਿਹੜੀ ਤੁਹਾਡੇ ਬਾਰੇ ਤੁਹਾਨੂੰ, ਜਿਹਨੂੰ ਤੁਸੀਂ ਦੁੱਖ ਕਹਿੰਦੇ ਮੇਰੀ ਬੇਇੱਜ਼ਤੀ ਕੀਤੀ, ਮੇਰਾ ਉਹ ਕੀਤਾ, ਉਹ ਤੁਹਾਡੀ ਸਿਰਜਣਾ ਦਾ ਪਾਠ ਹੁੰਦਾ। ਬੜਾ ਆਸ਼ਚਰਜ ਰੰਗ ਹੈ, ਜੋ ਤੁਹਾਨੂੰ ਦਿਖ ਰਿਹਾ ਹੈ ਉਹ ਨਹੀਂ ਹੈ, ਕੁਝ ਹੋਰ ਹੈ। ਜੋ ਤੁਸੀਂ ਮੰਨਿਆ ਹੈ ਉਹ ਨਹੀਂ ਹੈ ਚੱਲ ਰਿਹਾ। ਤੁਸੀਂ ਤੇ ਮੰਨਿਆ ਇਹ ਇੰਨੇ ਲੋਕ ਆ, ਅਸੀਂ ਰਹਿ ਰਹੇ ਆ, ਆ ਕਰ ਰਿਹਾ, ਫਲਾਣਾ ਆ ਕਰ ਰਿਹਾ, ਇਹਨੇ ਮੈਨੂੰ ਚੰਗਾ ਕਿਹਾ, ਇਹਨੇ ਮਾੜਾ ਕਿਹਾ। ਤੁਸੀਂ ਤੇ ਆ ਮਾਇਆ ਚੁਲਝੇ ਆ, ਇਹ ਮਾਇਆ ਹੈ। ਸੱਤ ਇਹ ਕਿ ਇਹ ਪ੍ਰਭੂ ਦੀ ਰਚਨਾ ਹੈ, ਇਹਨੂੰ ਪ੍ਰਭੂ ਚਲਾ ਰਿਹਾ ਹੈ, ਇਹ ਸਾਹਿਬ ਦੀ ਖੇਡ ਹੈ, ਸਾਹਿਬ ਦਾ ਰੰਗ ਚੱਲ ਰਿਹਾ। ਉਹ ਫਿਰ ਦਿਖਾਈ ਦੇਗਾ ਜਦੋਂ ਤੁਸੀਂ ਇਹ ਕਰੋਗੇ। ਜਿਵੇਂ ਹੁਣ ਦੂਜੀਆਂ ਪੰਕਤੀਆਂ ਨੇ, ਚਲੋ ਇੱਕ ਪੰਕਤੀ ਹੋਰ ਹੈ। ਪਜਨੀਤ ਕਿੱਥੇ ਹੈ ਪੁੱਤ ਸਾਡਾ? ਉੱਠ ਛੇਤੀ ਆ ਜਾ, ਕਈ ਨੂੰ ਪੰਕਤੀ ਕੱਢ ਕੇ ਦਿਓ। ਦਿਨ ਮੇ ਰੈਣ ਮੇ ਦਿਨੀਅਰ, ਇਹ ਮਟਾ ਲਾ ਪੁੱਤ। ਇਹ ਸਾਰੇ ਨੋਟ ਕਰ ਲਈ ਨਾ ਪੰਕਤੀ, ਖੋਜ ਕਰਨੀ ਸਮਝ ਆ ਗਈ ਕਿ ਗੁਰੂ ਪਿਤਾ ਦੇ ਨਾਲ ਰਹਿ ਕੇ ਗੁਰੂ ਪਿਤਾ ਦੇ ਰੰਗ 'ਚ ਕਿਵੇਂ ਜਾਣਾ, ਇਹ ਖੋਜ ਕਰਨੀ ਸਮਝ ਆ ਗਈ। ਸਿੱਖੀ ਕਮਾਉਣੀ ਸਮਝ ਆ ਗਈ ਹੈ। ਆਪਣੀਆਂ ਬੁੱਕਸ ਤੇ ਕਾਪੀਆਂ ਤੇ ਲਿਖ ਲਿਓ ਕਿ ਸਿੱਖੀ ਉਹ ਨਹੀਂ ਹੈ ਜੋ ਮੈਂ ਵਿਖਾ ਰਿਹਾ ਹਾਂ। ਸਿੱਖੀ ਗੁਰੂ ਮਹਾਰਾਜ ਤੋਂ ਰਮਜਾਂ ਸਿੱਖਣੀਆਂ ਨੇ, ਗੁੱਚੇ ਭੇਦ ਸਿੱਖਣੇ ਨੇ, ਗੁਰੂ ਮਹਾਰਾਜ ਦੇ ਰੰਗ ਸਿੱਖਣੇ ਨੇ, ਗੁਰੂ ਮਹਾਰਾਜ ਦੇ ਗੁਣ ਧਾਰਨ ਕਰਨੇ ਨੇ।
ਸਤਿਗੁਰੂ ਦੀ ਇੱਕ ਪੰਕਤੀ ਹੈ, ਜਿਵੇਂ ਪਹਿਲਾਂ ਵੀ ਆਪ ਜੀ ਨੂੰ ਇੱਕ ਪੰਕਤੀ ਸਮਝਾਈ, ਹੁਣ ਜੀਵਨ ਨੂੰ ਸਮਝਣਾ ਹੋਵੇ ਕਿ ਜੀਵਨ ਕਿੱਦਾਂ ਚੱਲਦਾ ਮੇਰਾ, ਕਿਹੜੀ ਚੀਜ਼ ਨਾਲ ਕਿਹੜੀ ਚੀਜ਼ ਰਿਲੇਟ ਕਰਦੀ ਹੈ, ਹੈਨਾ? ਇਸ ਸਮਾਜ ਦੀ, ਇਹ ਸੰਸਾਰ ਦਾ ਰੰਗ ਕਿਵੇਂ ਚੱਲਦਾ ਹੈ। ਅੱਛਾ, ਸਤਿਗੁਰੂ ਜਦੋਂ ਗਾਉਣ ਦੀ ਬਾਤ ਕਰਨਗੇ, ਗੀਤ ਦੀ ਬਾਤ ਆਏਗੀ, ਨਾਲ ਗੁਣ ਜ਼ਰੂਰ ਸ਼ਬਦ ਹੋਏਗਾ। ਗੁਰੂ ਮਹਾਰਾਜ ਨੂੰ ਤੁਸੀਂ ਜਦੋਂ ਗੁਰੂ ਮਹਾਰਾਜ ਨਾਲ ਵਿਚਰੋਗੇ, ਜਦੋਂ ਸਤਿਗੁਰੂ ਗਾਉਣ ਦੀ ਬਾਤ ਕਰਨਗੇ, ਗੁਣ ਦੀ ਬਾਤ ਜ਼ਰੂਰ ਕਰਨਗੇ। ਸਤਿਗੁਰੂ ਕਹਿੰਦੇ ਨੇ ਕਿ ਗੁਣ ਜਿਹੜਾ ਹੈ, ਕਿਉਂ ਕਹਿਣਗੇ ਇਦਾਂ? ਕਿਹਨੂੰ ਪੰਕਤੀ ਯਾਦ ਹੈ, ਗਾਉਣ ਦੀ ਕਿ ਗੁਣ ਦੀ? ਯਾਦ ਹੈ ਕਿਸੇ ਨੂੰ? ਜਿਵੇਂ ਨਾਨਕ ਗਾਵੀਐ ਗੁਣੀ ਨਿਧਾਨ, ਗੁਣ ਦੀ ਮਹਿਮਾ ਜ਼ਰੂਰ ਨਾਲ ਲਾਗੇ ਚਾਗੇ ਆਏਗੀ। ਜਦੋਂ ਵੀ ਦੇਖੋਗੇ, ਅਸੀਂ ਸਤਿਗੁਰੂ ਨੂੰ ਪੁੱਛਦੇ ਹੁੰਦੇ ਸੀ ਕਿ ਗੁਣ ਦੀ ਹੀ ਕਿਉਂ? ਅੱਛਾ, ਜਿੰਨਾ ਸੰਸਾਰ ਤੇ ਗੀਤ ਹੈ ਨਾ, ਉਹ ਗੁਣ ਤੋਂ ਬਿਨਾ ਹੋ ਹੀ ਨਹੀਂ ਸਕਦਾ। ਗੀਤ ਸਿਰਫ ਗੁਣ ਦਾ ਹੋਏਗਾ, ਨਹੀਂ ਤੇ ਨਹੀਂ ਹੋਏਗਾ। ਜੇ ਕਿਸੇ ਰਾਈਟਰ ਨੇ ਕਿਸੇ ਔਗਣ ਤੇ ਵੀ ਗੀਤ ਲਿਖਿਆ ਹੋਏਗਾ, ਉਹਨੇ ਉਹਨੂੰ ਵੀ ਗੁਣ ਸਮਝ ਕੇ ਲਿਖਿਆ ਹੋਏਗਾ। ਔਗਣ ਸਮਝ ਕੇ ਕਦੀ ਗੀਤ ਨਹੀਂ ਲਿਖਿਆ ਗਿਆ, ਨਾ ਗਾਇਆ ਗਿਆ। ਸਿਰਫ ਗੁਣ ਦਾ ਹੀ ਗੀਤ ਹੈ। ਉਹ ਹੋ ਸਕਦਾ ਹੈ ਕਿ ਉਸ ਰਾਈਟਰ ਦੀ ਸਮਝ ਕਿੰਨੀ ਨੀਵੀਂ ਹੈ ਤੇ ਉਹਨੇ ਔਗਣ ਨੂੰ ਗੁਣ ਸਮਝਿਆ, ਉਹ ਅਲੱਗ ਬਾਤ ਹੈ। ਇਹ ਰਮਜ਼ਾਂ ਨੇ, ਜਿਵੇਂ ਹੁਣ ਸਤਿਗੁਰੂ ਇੱਥੇ ਕਹਿੰਦੇ ਨੇ, ਦਿਨ ਮੇ ਰੈਣ, ਰੈਣ ਮੇ ਦਿਨੀਅਰ। ਹੁਣ ਇਹ ਤੁਹਾਨੂੰ ਅੱਜ ਸਾਇੰਸ ਸਮਝ ਆਉਣੀ ਇਹਦੇ ਚੋਂ। ਅੱਜ ਆਖਰੀ ਦਿਨ ਹੈ ਨਾ ਆਪਣਾ, ਠੀਕ ਹੈ? ਹੁਣ ਅੱਜ ਥੋੜਾ ਜਿਹਾ ਫੋਕਸ ਕਰ ਲਿਓ। ਦਿਨ ਮੇ ਰੈਣ, ਰੈਣ ਮੇ ਦਿਨੀਅਰ। ਦਿਨ ਦੇ ਵਿੱਚ ਰਾਤ ਕਿੱਦਾਂ ਹੈ? ਤੇ ਸਤਿਗੁਰੂ ਕਹਿੰਦੇ ਦਿਨ ਦੇ ਵਿੱਚ ਹੀ ਰਾਤ ਹੈ, ਰਾਤ ਦੇ ਵਿੱਚ ਹੀ ਦਿਨ ਹੈ। ਹੁਣ ਦਿਨ ਤੇ ਅਲੱਗ ਹੈ, ਰਾਤ ਅਲੱਗ ਹੈ। ਸਤਿਗੁਰੂ ਕਹਿੰਦੇ ਨੇ ਨਹੀਂ, ਦਿਨ ਦੇ ਵਿੱਚ ਹੀ। ਹੁਣ ਮੰਨ ਲਓ ਇਹਨੂੰ ਪੜ੍ਹ ਲਓ ਉਦਾਂ, ਤੇ ਫਿਰ ਤੇ ਇਦਾਂ ਹੀ ਹੈ ਕਿ ਇੱਕ ਪੋਇਟਰੀ ਹੈ, ਦਿਨ ਮੇ ਰਹਿਣ, ਰਹਿਣ ਮੇ ਦਿਨੀਅਰ, ਤੇ ਇਦਾਂ ਕਰਕੇ ਅਸੀਂ ਅੱਗੇ ਚਲੇ ਜਾਂਦੇ, ਹੈਨਾ? ਦੂਜਾ ਪੜਾਅ ਇਹ ਸਮਝਣਾ, ਦਿਨ ਦੇ ਅਰਥ ਕੀ ਨੇ, ਮੈਂ ਦੇ ਅਰਥ ਕੀ ਨੇ, ਰਹਿਣ ਦੇ ਅਰਥ ਕੀ ਨੇ। ਰਹਿਣ ਮੇ ਦਿਨੀਅਰ, ਦਿਨੀਅਰ ਦੇ ਅਰਥ ਕੀ ਨੇ, ਉਹਦਾ ਵੀ ਦੇਣੀ। ਹੁਣ ਜਿਹੜਾ ਤੀਜਾ ਪੜਾਅ ਹੈ ਦਰਸ਼ਨ ਦਾ, ਹੁਣ ਉਹਦੇ 'ਚ ਇਹਦੇ ਭੇਦ ਖੁੱਲਣੇ ਨੇ। ਪਹਿਲੇ ਦੋਵਾਂ 'ਚ ਭੇਦ ਨਹੀਂ ਖੁੱਲਣੇ। ਸ਼ਾਬਦਿਕ ਅਰਥ ਜਿੱਥੇ ਸਕਾਲਰ ਨੇ, ਸਕਾਲਰ ਦੂਜੇ ਪੜਾਅ 'ਚ ਨੇ ਪੁੱਤ। ਸਿੱਖ ਚੌਥੇ ਪੜਾਅ 'ਚ ਜਾਂਦਾ, ਚੌਥੇ ਪਦ 'ਚ। ਆਪ ਜੀ ਦੇ ਜਿੰਨੇ ਪ੍ਰੋਫੈਸਰ ਨੇ, ਜਿੰਨੇ ਸਕਾਲਰ ਨੇ, ਜਿੰਨੇ ਵਿਦਵਾਨ ਨੇ, ਪ੍ਰਚਾਰਕ ਲਾ ਲਓ, ਜਿਹੜੇ ਪੜ੍ਹ ਕੇ ਬਣਦੇ ਨੇ, ਉਹ ਸਿਰਫ ਦੂਜੇ 'ਚ ਨੇ। ਅਰਥ ਪੜ੍ਹ ਲਏ, ਗੱਲ ਮੁੱਕ ਗਈ ਬਸ। ਦਿਨ ਮੇ ਰਹਿਣ, ਰਹਿਣ ਮੇ ਦਿਨੀਅਰ। ਹੁਣ ਇਹ ਸਾਇੰਸ ਦੀ ਬਾਤ ਹੈ, ਜਿਹੜੀ ਤੁਹਾਡੀ ਸਾਇੰਸ ਖੋਜ ਰਹੀ ਹੈ ਨਾ, ਉਹ ਬਾਤ ਹੈ। ਹੁਣ ਜਦੋਂ ਤੁਸੀਂ ਦਰਸ਼ਨ 'ਚ ਜਾਓਗੇ ਕਿ ਗੁਰੂ ਮਹਾਰਾਜ ਕਿ ਦਿਨ 'ਚ ਹੀ ਕਿੱਦਾਂ ਰਾਤ ਹੈ, ਹੁਣ ਇਹਨੂੰ ਖੋਜਣ ਵਾਸਤੇ ਕੀ ਕਰਨਾ ਪਏਗਾ? ਹੁਣ ਇਹਨੂੰ ਖੋਜਣ ਵਾਸਤੇ ਬਹਿਣਾ ਪਏਗਾ ਝੋਲੀ ਅੱਡ ਕੇ ਕਿ ਮਹਾਰਾਜ ਦਿਨ 'ਚ ਹੀ ਕਿੱਦਾਂ ਰਾਤ ਹੈ। ਹੁਣ ਚਿੰਤਨ 'ਚ ਜਾਣਾ ਪਏਗਾ। ਚਿੰਤਨ ਸਮਝਦੇ ਆ ਨਾ, ਬੰਦਗੀ ਦਾ ਇੱਕ ਰੰਗ ਹੁੰਦਾ ਚਿੰਤਨ, ਕਿ ਜੋ ਤੁਹਾਡੇ ਕੋਲ ਸਮਝੇ ਉਹਦੇ ਵਿੱਚ ਉਹਦਾ ਚਿੰਤਨ ਕਰਨਾ ਕਿ ਮੇਰੇ ਮਹਾਰਾਜ ਨੇ ਇਦਾਂ ਕਿੱਦਾਂ ਕਿਹਾ, ਉਹਦਾ ਚਿੰਤਨ ਕਰੀ ਜਾਣਾ, ਦਿਨ ਰਾਤ ਕਰੀ ਜਾਣਾ ਜਿੰਨਾ ਕਰ ਸਕਦੇ। ਫਿਰ ਅਗਲੀਆਂ ਉਹਦੇ ਤੋਂ ਬਾਅਦ, ਚਿੰਤਨ ਤੋਂ ਬਾਅਦ ਹੁਣ ਦਰਸ਼ਨ 'ਚ ਜਾਣ ਲਈ ਚਿੰਤਨ ਦਾ ਵਾਹਨ ਲੱਗਣਾ, ਕਿ ਚਿੰਤਨ ਕਰਦੇ ਰਹਿਣਾ, ਸੋਚਦੇ ਰਹਿਣਾ। ਜਦੋਂ ਤੁਸੀਂ ਚਿੰਤਨ ਕਰਦੇ ਰਹੋਗੇ, ਅੱਛਾ ਚਿੰਤਨ ਕਰਦਿਆਂ ਕਰਦਿਆਂ ਕੋਈ ਔਗਣ ਆਏਗਾ, ਤੁਹਾਡਾ ਧਿਆਨ ਇੱਧਰ ਉੱਧਰ ਭਟਕੇਗਾ। ਜਦੋਂ ਤੁਹਾਡੇ ਅੰਦਰ ਔਗਣ ਕੋਈ ਨਹੀਂ ਆਇਆ, ਤੁਸੀਂ ਗੁਰੂ ਮਹਾਰਾਜ ਦੇ ਰੰਗਾਂ ਦਾ ਚਿੰਤਨ ਕਰ ਰਹੇ ਹੋ, ਤੁਹਾਡੇ ਉਹ ਸਵਾਸ ਲੇਖੇ ਲੱਗ ਗਏ। ਖਜ਼ਾਨਾ ਇਕੱਠਾ ਹੋਇਆ ਨਾ, ਪਹਿਲਾ ਭੰਡਾਰਾ ਮਿਲਿਆ, ਪਹਿਲਾ ਖਜ਼ਾਨਾ ਮਿਲ ਗਿਆ ਕਿ ਤੁਹਾਡੇ ਸਵਾਸ ਜਿਹੜੇ ਨੇ ਉਹ ਮਹਾਰਾਜ ਦੇ ਘਰ ਲੇਖੇ ਲੱਗ ਗਏ। ਇੱਕ ਗੱਲ, ਕਿਉਂਕਿ ਔਗਣ ਉਹਦੇ 'ਚ ਨਹੀਂ ਆਏ, ਚਿੰਤਨ ਮਹਾਰਾਜ ਦਾ ਸੀ, ਯਾਦ ਮਹਾਰਾਜ ਦੇ ਰੰਗ ਦੀ ਸੀ। ਦੂਜੀ ਚੀਜ਼, ਤੁਹਾਡਾ ਫੋਕਸ ਇੱਧਰ ਉੱਧਰ ਗਿਆ ਨਹੀਂ ਗਿਆ, ਤੇ ਤੁਹਾਡੀ ਧਿਆਨ ਸਾਧਨਾ ਆਪਣੇ ਆਪ ਹੀ ਹੋ ਗਈ, ਤੁਹਾਨੂੰ ਕਰਨੀ ਨਹੀਂ ਪਈ।
ਜੋਗੀਆਂ ਨੂੰ ਦੀਵੇ ਜਗਾ ਜਗਾ ਕੇ ਉਹਦੇ ਵੱਲ ਵੇਂਦੇ ਰਹਿੰਦੇ ਕਈ ਦਿਨ, ਤੇ ਫਿਰ ਜਾ ਕੇ ਧਿਆਨ ਸਾਧਨਾ ਪਰਪੱਕ ਹੁੰਦੀ। ਧੰਨ ਕਲਗੀਆਂ ਵਾਲੇ ਮਹਾਰਾਜ ਗੁਰੂ ਨਾਨਕ ਮਹਾਰਾਜ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਰੰਗਾਂ 'ਚ ਹੀ ਬਖਸ਼ਤੀ। ਏਦਾਂ ਹੀ ਜਿਨ੍ਹਾਂ ਵਾਸਤੇ ਧਿਆਨ ਸਾਧਨਾ ਵਾਲਿਆਂ ਕੋ, ਧਿਆਨੀਆਂ ਦੇ ਕੋਲ, ਜੋਗੀਆਂ ਕੋ ਕਿਤੇ ਜਾ ਕੇ ਦੇਖੋ, 10-10 ਸਾਲ ਦੀ ਧਿਆਨ ਸਾਧਨਾ ਹੈ ਪੁੱਤ। ਤੁਸੀਂ ਤੇ ਬਲਹਾਰੇ ਜਾਇਆ ਕਰੋ ਕਿ ਤੁਸੀਂ ਗੁਰੂ ਨਾਨਕ ਮਹਾਰਾਜ ਦੇ ਸਿੱਖ ਹੋ। ਤੁਹਾਨੂੰ 10 ਸਾਲ ਧਿਆਨ ਸਾਧਨਾ ਨਹੀਂ ਕਰਨੀ ਪੈਣੀ, ਤੁਹਾਨੂੰ ਮਹਾਰਾਜ ਦੇ ਰੰਗ ਮੰਨਣੇ ਪੈਣੇ, ਆਪਣੇ ਆਪ ਮਿਲਣੀ ਉਹਦੇ 'ਚ। ਉਹਦੇ 'ਚ ਫਿਰ ਤੀਜਾ ਪੜਾਅ ਕੀ ਹੋਣਾ? ਜਦੋਂ ਤੁਸੀਂ ਚਿੰਤਨ ਕਰਦੇ ਗਏ ਸਾਰਾ ਦਿਨ, ਹੈਨਾ, ਚਿੰਤਨ ਕਰ ਰਹੇ ਹੋ ਬੈਠੇ ਏਦਾਂ ਕੰਮ ਕਰਦੇ, ਮਾਤਾ ਜੀ ਆਏ, ਉਹ ਕਿਸੇ ਗੱਲੋਂ ਗੁੱਸੇ ਨੇ, ਉਹ ਪਤੀ ਲੜੇ ਹੋਣਗੇ, ਚਲੋ ਮੰਨ ਲਓ, ਉਹਨਾਂ ਆ ਕੇ ਤੁਹਾਨੂੰ ਝਿੜਕ ਮਾਰਦੀ ਕਿ ਤੂੰ ਇੱਥੇ ਬੈਠੀ ਰਹਿਣੀ ਜਾਂ ਬੈਠਾ ਰਹਿਣਾ, ਤੈਨੂੰ ਕੋਈ ਕੰਮ ਨਹੀਂ। ਅੱਛਾ, ਤੁਹਾਨੂੰ ਗੁੱਸਾ ਆਏਗਾ ਕਿਉਂਕਿ ਤੁਸੀਂ ਆਨੰਦ ਜੋ। ਤੁਹਾਨੂੰ ਲੱਗਣਾ ਤੁਹਾਨੂੰ ਉਸ ਦਿਨ ਮਾਂ ਦੇ ਸ਼ਬਦ ਦੁਖੀ ਨਹੀਂ ਕਰਨੇ। ਮਾਂ ਨੇ ਜੋ ਬੋਲਿਆ ਇਹ ਤੁਹਾਨੂੰ ਉਹ ਦੁਖੀ ਨਹੀਂ ਕਰਨਾ। ਤੁਹਾਨੂੰ ਮਾਂ ਦੀ ਉਹ ਕਲਪਦੀ ਹੋਈ ਮਾਂ ਦਿਖਾਈ ਦੇਣੀ, ਤੁਹਾਨੂੰ ਤੜਫਦੀ ਹੋਈ ਮਾਂ ਦੀ ਤੜਫ ਦਿਖਾਈ ਦੇਣੀ, ਮਾਂ ਦੀ ਕਲਪਨਾ ਦਿਖਾਈ ਦੇਣੀ, ਮਾਂ ਦਾ ਦੁੱਖ ਦਿਖਾਈ ਦੇਣਾ। ਉਸ ਦਿਨ ਮਾਂ ਦੇ ਸ਼ਬਦ ਨਹੀਂ ਦਿਖਾਈ ਦੇਣੇ। ਉਸ ਦਿਨ ਆਪ ਜੀ ਨੂੰ ਸ਼ਬਦਾਂ ਦੇ ਪਿੱਛੇ ਜੋ ਘਟਦਾ ਹੈ ਉਹ ਦਿਖਾਈ ਦੇਣਾ। ਤੇ ਤੁਹਾਡੀ ਦ੍ਰਿਸ਼ਟੀ ਜਿਹੜੀ ਏ ਉਹ ਦੂਰ ਹੋਈ ਕਿ ਨਹੀਂ ਹੋਈ? ਜਿਹੜਾ ਦੂਰ ਦ੍ਰਿਸ਼ਟਤਾ ਹੈ ਉਹ ਇੱਕ ਪੜਾਅ ਪਾਰ ਕਰ ਗਿਆ ਨਾ, ਆ ਗਿਆ ਨਾ ਆਪਣੇ ਆਪ। ਉਹ ਵੀ ਇੱਕ ਹੀ ਰੰਗ ਦੇ ਵਿੱਚ ਕਿੰਨੀਆਂ ਕੁ ਦਾਤਾਂ ਨੇ, ਅਸੀਂ ਗਣਾਉਂਦੇ ਥੱਕ ਜਾਣਾ, ਤੁਸੀਂ ਸੁਣਦੇ ਥੱਕ ਜਾਣਾ। ਇਹ ਮਹਾਰਾਜ ਦੇ ਰੰਗ ਨੇ। ਅੱਛਾ, ਇਸ ਤੋਂ ਅੱਗੇ ਜਿਹੜੀ ਸਭ ਤੋਂ ਕੀਮਤੀ, ਇਹ ਵੀ ਬਹੁਤ ਕੀਮਤੀ ਨੇ, ਪਰ ਇਹਨਾਂ ਤੁਹਾਨੂੰ ਜ਼ਿਆਦਾ ਪਿਆਰੀ ਲੱਗਦੀ ਕਿਉਂਕਿ ਉਹ ਸਮਝ ਆਉਂਦੀ ਸੀ ਪਹਿਲਾਂ। ਇਹ ਤੇ ਬਾਅਦ ਚ ਸਮਝ ਆਈਆਂ ਨਾ। ਸ਼ੁਰੂਆਤ ਚ ਜਦੋਂ ਸਮਝ ਆਉਂਦੀ ਸੀ, ਉਹ ਸਮਝ ਆਉਂਦੀ ਕਿ ਜਦੋਂ ਤੁਸੀਂ ਸਾਰਾ ਦਿਨ ਚਿੰਤਨ ਕਰਦੇ, ਰਾਤ ਨੂੰ ਸੌਂ ਜਾਂਦੇ, ਤੇ ਮਹਾਰਾਜ ਸੁਪਨੇ ਦੇ ਵਿੱਚ ਕਿਸੇ ਨਾ ਕਿਸੇ ਰੰਗ ਚ ਆਉਂਦੇ ਤੇ ਤੁਹਾਨੂੰ ਇਹ ਸਮਝਾ ਕੇ ਜਾਂਦੇ ਕਿ ਦਿਨ ਮੇ ਰਹਿਣ ਕਿਵੇਂ। ਸਾਡੇ ਵਾਸਤੇ ਉਹ ਸਭ ਤੋਂ ਕੀਮਤੀ। ਅੱਛਾ, ਮੈਰੀ ਕਿਊਰੀ ਬਾਰੇ ਕੌਣ ਜਾਣਦਾ? ਕੌਣ ਸੀ ਉਹ? ਸਾਇੰਟਿਸਟ ਸੀ। ਅੱਛਾ, ਉਹਦੀ ਕਿਸੇ ਨੇ ਬਾਇਓਗ੍ਰਾਫੀ ਜਾਂ ਉਹਦੇ ਜਿਹੜੇ ਆਪਣੇ ਬਾਰੇ ਉਹਨੇ ਲਿਖਿਆ ਕਿ ਉਹ ਰਿਸਰਚ ਕਿਵੇਂ ਕਰਦੀ ਸੀ, ਉਹ ਸਾਰਾ ਪੜ੍ਹਿਆ ਕਦੀ ਕਿਸੇ ਨੇ? ਤੁਹਾਨੂੰ ਪਤਾ ਹੈ ਉਹਨੇ ਇੱਕ ਨੋਟ ਲਿਖਿਆ ਕਿ ਮੈਂ ਚਿੰਤਨ ਦੇ ਵਿੱਚ, ਸੇਮ ਖੇਡ ਨੇ ਉਹਨੂੰ ਸਾਇੰਟਿਸਟ ਬਣਾਇਆ ਸੀ, ਇਸੇ ਖੇਡ ਨੇ, ਚਿੰਤਨ ਦੀ ਨੇ। ਉਹ ਕਹਿੰਦੀ ਮੈਂ ਚਿੰਤਨ ਕਰਦੀ ਰਹਿੰਦੀ ਹਾਂ ਤੇ ਰਾਤ ਨੂੰ ਕੀ ਹੁੰਦਾ ਸੀ ਕਿ ਰਾਤ ਨੂੰ ਮੈਂ ਕਰਦੀ ਨੇ ਥੱਕ ਜਾਣਾ, ਕਈ ਦਿਨ ਕਰਦੀ ਥੱਕ ਜਾਣਾ, ਸੌਂ ਜਾਣਾ। ਅਗਲੇ ਦਿਨ ਮੈਂ ਵੇਖਣਾ ਮੇਰੀ ਡਾਇਰੀ ਤੇ ਉਹਦਾ ਉਹ ਆਨਸਰ ਲਿਖਿਆ ਹੁੰਦਾ ਹੈ। ਕਹਿੰਦੇ ਮੈਂ ਹੈਰਾਨ ਹੋਣਾ ਕਿ ਜਿਹੜੇ ਮੇਰੇ ਮੇਡ ਨੇ, ਜਿਹੜੇ ਘਰ 'ਚ ਨੌਕਰ ਨੇ, ਉਹ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ, ਉਹ ਕਰ ਨਹੀਂ ਸਕਦੇ, ਮੈਂ ਕਿਵੇਂ ਕਰ ਰਹੀ ਹਾਂ, ਇਹ ਕਿੱਦਾਂ ਹੋ ਰਿਹਾ ਹੈ? ਸਮਾਂ ਹੋ ਗਿਆ, ਚਲੋ 2-5 ਮਿੰਟ ਹੋ ਰਹੇ, ਮੇਰੇ ਕੋ ਕਿਵੇਂ ਹੋ ਜਾਂਦਾ? ਤੇ ਫਿਰ ਉਹਨੇ ਕੀ ਕੀਤਾ ਕਿ ਉਹਨੇ ਪੁੱਛਿਆ, ਧਿਆਨ ਰੱਖਿਆ, ਫਿਰ ਉਹਨੇ ਇੱਕ ਦਿਨ ਜਾਣਿਆ ਕਿ ਉਹ ਖੁਦ ਹੀ ਰਾਤ ਨੂੰ ਉੱਠਦੀ ਹੈ ਸੁੱਤੀ, ਉਹਦਾ ਆਨਸਰ ਲਿਖਦੀ ਹੈ, ਫਿਰ ਸੌਂ ਜਾਂਦੀ। ਸਾਇੰਟਿਸਟ ਨੇ, ਜਦੋਂ ਸਾਈਕੋਲੋਜਿਸਟ ਨੇ ਖੋਜਿਆ ਇਸ ਚੀਜ਼ ਨੂੰ, ਤੁਹਾਨੂੰ ਕਿਹਾ ਨਾ ਸਾਈਕੋਲੋਜੀ ਕੀ ਸਮਝ ਆਏਗੀ। ਸਾਈਕੋਲੋਜਿਸਟ ਨੇ ਖੋਜਿਆ, ਉਹਨਾਂ ਵੇਖਿਆ ਕਿ ਤੁਹਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਪਿੱਛੇ, ਜਿਹੜਾ 96, 95, 94% ਹੁੰਦਾ, ਉਹਦੇ 'ਚ ਬਹੁਤ ਕੁਝ ਹੈ, ਉਹਦੇ ਕੋਲ ਸਾਰਾ ਗਿਆਨ ਹੈਗਾ, ਪਰ ਉਹ ਦੀਵਾਰ ਖੁੱਲਣ ਦਾ ਤਰੀਕਾ ਇਹੋ ਹੀ ਹੈ ਕਿ ਤੁਸੀਂ ਚਿੰਤਨ ਕਰੋ। ਚਿੰਤਨ ਕਰਦੇ ਤੁਸੀਂ ਜਦੋਂ ਆਪਣੀ ਚਿੰਤਨ ਦੀ ਪੂਰੀ ਲਿਮਟ ਨੂੰ ਜਿਹੜਾ ਇਹ ਟੱਚ ਕਰਦੇ ਆ, ਤੇ ਆਪ ਜੀ ਦਾ ਜਿਹੜਾ ਥਾਟ ਪ੍ਰੋਸੈਸ ਹੈ ਉਹ ਸਬਕੌਂਸ਼ੀਅਸ ਮਾਈਂਡ 'ਚ ਟਰੈਵਲ ਕਰ ਜਾਂਦਾ। ਆਪ ਜੀ ਦੇ ਜਿੰਨੇ ਸਾਇੰਟਿਸਟ ਨੇ ਸੇਮ ਵੇ ਦੇ ਨਾਲ ਖੋਜਾਂ ਕਰਦੇ, ਤੁਸੀਂ ਵੀ, ਤੁਹਾਡੇ ਚੋਂ ਵੀ ਕੱਲ ਨੂੰ ਸਾਇੰਟਿਸਟ ਬਣਿਆ, ਇਹੋ ਹੀ ਕਰਨਾ ਪੈਣਾ, ਕੋਈ ਅਦਰ ਆਪਸ਼ਨ ਨਹੀਂ ਹੈ। ਪਰ ਹੈਰਾਨੀ ਦੀ ਬਾਤ ਹੈ, ਸਤਿਗੁਰੂ ਕੋ ਰਹਿਣ ਵਾਲੇ ਸਾਇੰਟਿਸਟ ਕਿਉਂ ਨਹੀਂ ਹੈ? ਸਿੱਖ ਆਪਣੇ ਆਪ 'ਚ ਇੱਕ ਡਾਕਟਰ ਵੀ ਹੈ, ਇੱਕ ਸਾਇੰਟਿਸਟ ਵੀ ਹੈ, ਇਹ ਸਾਰਾ ਕੁਝ ਹੁੰਦਾ ਕਿਉਂਕਿ ਮਹਾਰਾਜ ਨੇ ਕਲਗੀਆਂ ਵਾਲੇ ਨੂੰ
ਇਹਨੂੰ ਸੰਪੂਰਨ ਮਨੁੱਖ ਬਣਾਇਆ ਹੈ। ਕੀ ਬਣਾਇਆ ਹੈ? ਸੰਪੂਰਨ ਮਨੁੱਖ ਬਣਾਇਆ ਹੈ। ਇਹ ਪਰਮਾਤਮਾ ਜੀ ਦਾ ਸਵਰੂਪ ਹੈ ਇੱਕ। ਸਮਝ ਆ ਰਹੀ ਹੁਣ ਤੁਹਾਨੂੰ ਬਾਤ? ਜਦੋਂ ਤੁਸੀਂ ਮਹਾਰਾਜ ਦੇ ਰੰਗਾਂ ਨੂੰ ਖੋਜੋਗੇ ਤੁਸੀਂ ਆਪਣੀ ਸੰਪੂਰਨਤਾ ਵੱਲ ਨੂੰ ਜਾਓਗੇ। ਜਦੋਂ ਅਸੀਂ ਖੋਜਿਆ, ਜਦੋਂ ਮਹਾਰਾਜ ਨੇ ਦੱਸਿਆ ਤੇ ਅਸੀਂ ਦਰਸ਼ਨ ਕੀਤੇ ਕਿ ਸੂਰਜ ਜਿਹੜਾ ਹੈ ਧਰਤੀ ਗੋਲ ਹੈ, ਇਧਰੋਂ ਸੂਰਜ ਚੜ੍ਹਦਾ ਹੈ, ਇਧਰ ਧੁੱਪ ਹੋ ਜਾਂਦੀ, ਉਸੇ ਧੁੱਪ ਦਾ ਪਰਛਾਵਾਂ ਜਿਹੜਾ ਹੈ ਉਹ ਰਾਤ ਹੈ। ਧੁੱਪ ਤੋਂ ਅਲੱਗ ਨਹੀਂ ਹੈ ਉਹਦਾ ਪਰਛਾਵਾਂ, ਧੁੱਪ ਦਾ ਹੀ ਪ੍ਰਤੀਬਿੰਬ ਹੈ। ਸਿਰਫ ਵਿੱਚ ਧਰਤੀ ਹੈ ਤੇ ਉਹਦਾ ਪਰਛਾਵਾਂ ਧੁੱਪ ਤੋਂ ਹੀ ਬਣ ਰਿਹਾ। ਇੱਕੋ ਦਿਨ ਦੇ ਵਿੱਚੋਂ ਰਾਤ ਡਿਵੈਲਪ ਹੋ ਰਹੀ ਹੈ, ਉਸੇ ਰਾਤ ਦੇ ਵਿੱਚੋਂ ਦਿਨ ਡਿਵੈਲਪ ਹੋ ਰਿਹਾ। ਹੁਣ ਜਿਹੜਾ ਰਾਤ ਰਹਿਣਵੇਂ ਦਿਨੀਆਂ ਰੇ, ਇਹ ਬਹੁਤ ਅਚਰਜ ਹੈ। ਦਿਨ ਮੇ ਰਹਿਣ ਤੇ ਬਹੁਤ ਸੌਖੀ ਹੈ, ਸਮਝ ਆ ਜਾਂਦੀ ਕਿ ਸੂਰਜ ਪਰਛਾਵਾਂ ਜਿਹੜਾ ਹੈ, ਜਿਹੜੀ ਸ਼ੈਡੋ ਹੈ ਧਰਤੀ ਦੀ ਧੁੱਪ ਤੋਂ ਬਣ ਰਹੀ, ਉਹ ਰਾਤ ਹੈ। ਹੁਣ ਰਹਿਣਵੇਂ ਦਿਨੀਆਂ ਰੇ, ਹੁਣ ਤੁਸੀਂ ਕੋਸਮੋਸ ਦੇ ਵਿੱਚ ਜਾਣਾ ਪੈਣਾ ਕਿ ਕੋਸਮੋਸ ਦੇ ਵਿੱਚ ਪੂਰੀ ਰਾਤ ਹੈ। ਫਿਰ ਉਸ ਰਾਤ ਦਾ, ਉਸ ਹਨੇਰੇ ਦਾ ਜਿਹੜਾ ਹਨੇਰਾ ਹੈ ਉਹ ਡਿਵੈਲਪ ਕਿੱਦਾਂ ਹੋ ਰਿਹਾ? ਮਲਟੀਪਲ ਗੈਸਿਸ ਤੋਂ ਤੇ ਉਹਨਾਂ ਚੀਜ਼ਾਂ ਤੋਂ ਹੋ ਰਿਹਾ। ਅੱਛਾ, ਉਹਦੀ ਹੀ ਜਿਹੜੀ ਇਰੈਕਸ਼ਨ ਹੈ ਤੇ ਉਹਦੇ ਤੋਂ ਹੀ ਐਕਸਪਲੋਡ ਹੋ ਕੇ ਜਿਹੜਾ ਹੈ ਉਹ ਸੂਰਜ ਬਣਦਾ, ਧਰਤੀ ਬਣਦੀ, ਸਭ ਬਣਦੇ। ਸਿਰਫ ਇਹਨਾਂ ਪੰਕਤੀਆਂ ਦੇ ਵਿੱਚ ਤੁਸੀਂ ਸਾਰਾ ਖੰਡ ਬ੍ਰਹਿਮੰਡ, ਕਾਇਨਾਤ, ਪੂਰੀ ਕੋਸਮੋਸ ਜਿਹੜੀ ਹੈ ਉਹ ਜਾਣ ਸਕਦੇ। ਸਮਝ ਆਈ ਬਾਤ? ਹੁਣ ਇਦਾਂ ਪੁੱਤ ਖੋਜਣਾ ਹੈ, ਇਹ ਧਿਆਨ ਰੱਖਿਓ। ਠੀਕ ਹੈ, ਸਮਾਪਤੀ ਕਰੀਏ ਫਿਰ। ठीक है काजी, चलो ਤੁਸੀਂ ਬੱਚਿਆਂ ਸਾਰਿਆਂ ਦੀ ਰਜਿਸਟ੍ਰੇਸ਼ਨ ਕੀਤੀ ਨਾ ਇਹਨਾਂ ਦੀ? ਆਲਰੇਡੀ ਹੈਗੀ। 10 ਸ਼ਬਦ ਅਗਲੇ ਜੂਨ ਦੇ ਵਿੱਚ ਜਸਦੇਵ ਖਾਲਸਾ ਜੀ ਨੂੰ ਦੱਸਦੇ ਹੋਏ ਇੱਕ ਵੀਡੀਓ ਕਾਨਫਰੰਸ ਕਰਾਂਗੇ, ਜਿੱਦਾਂ ਅਸੀਂ ਆ 4 ਪੜਾਵਾਂ ਦੇ ਥਰੂ ਜਿਹੜਾ ਇਹ ਗੁਰਬਾਣੀ ਮਹਾਰਾਜ ਦੇ ਰੰਗ ਖੋਜੇ ਨੇ। ਆਪੋ ਆਪਣਾ ਸ਼ਬਦ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ, ਜਿਹੜਾ ਮਹਾਰਾਜ ਦੇਣਗੇ ਉਹ ਲੈ ਲਿਓ। 10 ਸ਼ਬਦ ਕਰਨੇ ਨੇ, ਰੀਝ ਨਾ ਕਰਨੇ ਨੇ। ਤੁਸੀਂ ਹੀਰੇ ਮੋਤੀ ਖੋਜ ਕੇ ਲਿਆਉਣੇ। ਸਾਨੂੰ ਇੱਕ ਮੀਟਿੰਗ ਨਹੀਂ ਕਰਨੀ ਪੈਣੀ, ਜੇ ਤੁਸੀਂ ਖੋਜ ਕੇ ਲਿਆਏ ਬੜੀਆਂ ਕਰਨੀਆਂ ਪੈਣੀਆਂ। ਤੇ ਇਦਾਂ ਬਸ ਚੁੱਪ ਕਰਕੇ ਬਹਿ ਨਾ ਜਾਇਓ ਕਿ ਅੰਦਰੋਂ ਸਵਿਚ ਆਫ ਕੀਤਾ ਹੋਵੇ ਤੇ ਬਸ ਹਾਂਜੀ ਬਹੁਤ ਹਾਂਜੀ ਕੀਤਾ, ਇਦਾਂ ਨਹੀਂ। ਸਿੰਘਾਂ ਵਾਂਗੂ ਜੇ ਖੋਜ 'ਚ ਜਾਣਾ ਹੈ, ਗੁਰੂ ਮਹਾਰਾਜ ਦੇ ਨਾਲ ਜਾਣਾ ਹੈ, ਸੱਚੀ ਸਿੱਖੀ ਨੂੰ ਪਾਉਣਾ ਹੈ, ਤੇ ਫਿਰ ਪੁੱਤ 10 ਸ਼ਬਦ ਨੇ, ਇਹ ਅਭਿਆਸ ਕਰਨਾ ਹੈ। ਬਹੁਤਾ ਕੁਝ ਲੰਬਾ ਚੌੜਾ, ਰੋਜ਼ ਇੱਕ ਸ਼ਬਦ ਲੈ ਲਓ, ਇੱਕ ਪੰਕਤੀ ਲੈ ਲਓ, ਸਿਰਫ ਇੱਕ ਪੰਕਤੀ ਲੈ ਕੇ ਉਹਨੂੰ ਖੋਜਦੇ ਰਹੋ। ਪਹਿਲਾਂ ਉਹਦੇ ਸ਼ਾਬਦਿਕ ਅਰਥ, ਫਿਰ ਉਹਦੀ ਦਰਸ਼ਨ ਮਹਿਮਾ, ਹੈ ਨਾ। ਜਿੱਥੇ ਦਰਸ਼ਨ ਮਹਿਮਾ ਨਹੀਂ ਹੋਏਗੀ ਉੱਥੇ ਫਿਰ ਚਿੰਤਨ ਹੋਏਗਾ। ਜਿੱਦਾਂ ਹੁਣ ਇਸ ਪੰਕਤੀ ਦੇ ਵਿੱਚ ਦਰਸ਼ਨ ਮਹਿਮਾ ਜਿਹੜੀ ਹੈ, ਉਹ ਜੇ ਤੁਸੀਂ ਸਿਰਫ ਦਿਨ ਦੀ ਦਰਸ਼ਨ ਮਹਿਮਾ ਕਰੋ, ਹੈ ਨਾ, ਕਿ ਮਹਾਰਾਜ ਨੇ ਦਿਨ ਕਿੱਦਾਂ ਬਣਾਇਆ, ਦਿਨ ਦਾ ਰੰਗ ਕੀ ਹੈ, ਫਿਰ ਇਹਦੀ ਦਰਸ਼ਨ ਮਹਿਮਾ 'ਚ ਜਿਹੜਾ ਹੈ ਉਹ ਵਿਸਮਾਦ ਹੋਏਗਾ, ਹੈ ਨਾ। ਫਿਰ ਰਹਿਣ ਦੀ ਕਿ ਮਹਾਰਾਜ ਨੇ ਮੇਰੇ ਸੌਣ ਲਈ ਰਾਤ ਵੀ ਬਣਾਈ, ਕਿੰਨੀ ਸੋਹਣੀ ਠੰਡੀ ਮਿੱਠੀ, ਕਿੰਨੇ ਸੋਹਣੇ ਤਾਰੇ ਬਣਾਏ, ਕਿੰਨਾ ਖੂਬਸੂਰਤ ਰੰਗ ਬਣਾਇਆ, ਕਿੰਨੀਆਂ ਜੜੀਆਂ ਬੂਟੀਆਂ ਤੇ ਬੂਟੇ ਜਿਹੜੇ ਨੇ ਉਹ ਫੁੱਲ ਨੇ ਸੁਗੰਧੀ ਵਾਲੇ, ਮਹਿਕ ਵਾਲੇ, ਉਹ ਤੁਹਾਨੂੰ ਮਹਿਕਾਂ ਵੰਡਦੇ ਨੇ ਕਿ ਤੁਸੀਂ ਆਰਾਮ ਨਾਲ ਸੌਂ ਸਕੋ। ਉੱਤੋਂ ਨੀਂਦ ਬਣਾਈ। ਜਦੋਂ ਤੁਸੀਂ ਰਹਿਣ ਨੂੰ ਹੀ ਇਕੱਲਾ ਵੇਖੋਗੇ ਐਜ਼ ਏ ਬਖਸ਼ਿਸ਼, ਹੈ ਨਾ, ਕਿਉਂਕਿ ਜਦੋਂ ਸਤਿਗੁਰੂ ਸ਼ਬਦ ਵਰਤਦੇ ਨੇ, ਇਹ ਸਾਡਾ ਸੰਸਾਰੀ ਵਿਦਿਆ ਵਾਲਾ ਸ਼ਬਦ ਨਹੀਂ ਹੈ, ਇਹ ਬਖਸ਼ਿਸ਼ ਵਾਲਾ ਸ਼ਬਦ ਹੈ। ਦਿਨ ਨੂੰ ਵੇਖੋਗੇ ਤੇ ਦਿਨ ਨੂੰ, ਰਹਿਣ ਨੂੰ ਵੇਖੋਗੇ ਤੇ ਏਕੇ ਦਾ ਇਹ ਅਭਿਆਸ ਹੈ। ਉਸ ਤੋਂ ਅਗਲਾ ਪੜਾ ਚਿੰਤਨ ਦਾ ਹੈ, ਜਿਹੜਾ ਪੂਰਾ ਅਰਥ ਬਣਦਾ ਤੇ ਇਹ ਕਰਕੇ ਆਪਣਾ ਲਿਖੀ ਜਾਇਓ, ਜੋ ਜੋ ਸਮਝ ਆਏਗੀ, ਜੋ ਜੋ ਜੇ ਗੁਰੂ ਮਹਾਰਾਜ ਤੁਹਾਨੂੰ ਦੱਸਣਾ ਸ਼ੁਰੂ, ਗੁਰੂ ਮਹਾਰਾਜ ਦੇ ਦੱਸਣ ਦੇ ਬੇਅੰਤ ਤਰੀਕੇ ਨੇ। ਚਿੰਤਨ 'ਚ ਜਾਓਗੇ ਤੇ ਇਦਾਂ ਹੋਏਗਾ ਕਿ ਹੋ ਸਕਦਾ ਹੈ ਤੁਸੀਂ ਚਿੰਤਨ ਕਰ ਰਹੇ ਹੋ, ਤੁਸੀਂ ਕਿਸੇ ਨਾਲ ਗੱਲ ਨਹੀਂ ਕੀਤੀ, ਤੁਸੀਂ ਕਥਾ ਸੁਣਨ ਲੱਗ ਗਏ, ਤੁਹਾਨੂੰ ਉੱਥੋਂ ਮਿਲ ਜਾਣਾ। ਕੋਈ ਜੀ ਆਏਗਾ, ਉਹ ਆ ਕੇ ਤੁਹਾਨੂੰ ਦੱਸ ਦੇਗਾ ਤੇ ਤੁਸੀਂ ਕਹੋਗੇ ਅੱਛਾ ਇਹਦਾ ਤੇ ਆਹ ਜਵਾਬ ਹੀ ਜਾ। ਤੁਹਾਨੂੰ ਸੁਪਨੇ 'ਚ ਆ ਕੇ ਮਹਾਰਾਜ ਦੱਸ ਦੇਣਗੇ, ਤੁਹਾਡੇ ਸੁਪਨੇ 'ਚ ਕੋਈ ਘਟਨਾ ਘਟ ਜਾਏਗੀ। ਇਹ ਬੇਅੰਤ ਰੰਗ ਘਟਣਗੇ, ਉਹਨਾਂ ਨੂੰ ਲਿਖੀ ਜਾਇਓ, ਨੋਟ ਕਰੀ ਜਾਇਓ
ਤੇ ਉਹਨਾਂ ਨੂੰ ਕਮਾਈ ਚੱਲੇ। ਚਲੋ ਮਹਾਰਾਜ ਭਲਾ ਕਰਨ। आओ सिर्फ 1 मिनट ਲਈ ਜਾਪ ਕਰੀਏ ਸਤਿਗੁਰੂ ਪਿਤਾ ਦਾ, ਤੇ ਫਿਰ ਜਿਹੜਾ ਇਹ ਦੂਜੀ ਕਲਾਸ ਦੀ ਵਾਰੀ ਇਹ ਸਤਿਗੁਰੂ ਪਿਤਾ ਇਹ ਮਹਿਮਾਨ ਦੇ ਸਾਥ ਪਿਆਰ। ਵਾਹਿਗੁਰੂ गल नाल लाला